रखा माई, हर बिन जियो ना रहे कैसे राखा माए। प्रभ मिलबे को प्रीत मन लागी, बहुत जन्म बिछड़े थे माधो, ए जन्म तुम्हारे लेखे। कह रविदास आस लग जीवों, चिर पे दर्शन देखे। प्रभ मिलबे को प्रीत मन लागी, प्रभ मिलबे को प्रीत मन लागी। मेरा मन लोचे गुर दर्शन ताई, दिल करे जातक की न्याय। लिखा न उतरे शांत न आवे, बिन दर्शन संत प्यारे जी। हाँ खोली जियो खोल को माई, गुर दर्शन संत प्यारे जियो, गुर दर्शन संत प्यारे जी। सुन यार हमारे सज्जन एक करो बिनतिया, इस मोहन लाल प्यारे हाँ पीरों को जानतिया। तिस 10 प्यारे सिर धरी उतारे, एक भोरी दर्शन दीजे। नैन हमारे प्रिय रंग रंगारे, एक दिल की ना तेरी जय। प्रभ मिलबे को प्रीत मन लागी, प्रीत मन लागी। सब सहियां सोहरा बन गया, दादी के दर जावा। अम्बाले हों करे सुचजी, पैसा एक न भावा। प्रभ मिलबे को प्रीत मन लागी, पूछो संत मेरो ठाकुर कैसा। हियो अरपों देओ संदेशा, हाँ मन अर्पे सब तन अर्पे, अर्पे सब देसा। हाँ सिर अर्पी तिस मीत प्यारे, जो प्रभ दे संदेशा। कोई आन मिलावे मेरा प्रीतम प्यारा, हाँ तिस पह आप विचार। दर्शन हर देखण के ताई, कृपा करे ता सतगुर मेल। हर हर नाम ते आई, हर हर नाम ते आई। मैं बिन गुर देख नींद ना आवे, आवे मेरे मन तन बेदन गुर बेर हो लगावे। हर हर दया करो गुर मेलो, जिन नानक गुर मिल रहसे जियो। मिल मेरे प्रीतमा जियो, तुझ बल खरी निमाणी। मैंने नींद न आवे जियो, भावे अन्न न पानी। पानी अन्न न भावे, मरिए हावे, बिन फिर क्यों सुख पाइए। गुर आके करो बेनती, जे गुर भावे। ज्यों मिले तिवे मिलाइए, ज्यों मिले तिवे मिलाइए। प्रीत मन लागी, प्रीत मन लागी, प्रीत मन लागी, प्रीत मन लागी।
ਸੱਚੇ ਰਤਾ ਸੱਚ ਕਿਥੋਂ ਬਦੇ ਕਹਿ ਰਹੇ ਕਹਿ ਮੈਂ ਸਮਾਵੇ ਕੀ ਨਾ ਸਭ ਕਦਮ ਕੇ ਕੌਣ ਕੀਮਤ ਪਾਵੇ ਕਹਿੰਦੇ ਹਨ ਸੁਣ ਨਿਤ ਸੇਵਕ ਸੁਆਰ ਕਾਮ ਗੋਚਰ ਸਾਹਿਬੋ ਤੂੰ ਸੰਦਬ ਨਾ ਲਾਵੇ ਸੱਚ ਪੂਰੇ ਗੁਰੂ ਉਪਦੇਸਿਆ ਨਾਨਕ ਸੁਣਾਵੇ ਸੱਚ ਪੂਰੇ ਗੁਰੂ ਉਪਦੇਸਿਆ ਨਾਨਕ ਸੁਣਾਵੇ ਕਿਥੋਂ ਬਦੇ ਕਹਿ ਰਹੇ ਕਹਿ ਮੈਂ ਸਮਾਵੇ ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਤੇ ਆਏ ਨ ਸੁਣ ਨਿਤ ਸੇ ਭਗਤ ਸੁਹਾਵੇ ਅਗਮ ਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੇ ਸੱਚ ਪੂਰੇ ਗੁਰੂ ਉਪਦੇਸਿਆ ਨਾਨਕ ਸੁਣਾਵੇ ਸੱਚ ਪੂਰੇ ਗੁਰੂ ਉਪਦੇਸਿਆ ਨਾਨਕ ਸੁਣਾਵੇ ਸਾਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਏ ਦਾਏ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਾਈਆਂ ਬਾਤਾਂ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੇ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਮਰੋ ਅੰਗਦ ਦੁਖ ਨਿਵੰਦ ਗੁਰ ਅਮਰਦਾਸ ਹਿਰਦੈ ਨਿਤ ਨਿਤ ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ
ਸ੍ਰੀ ਹਰਿ ਕ੍ਰਿਸ਼ਨ ਮਨਾਉ। ਤੇਗ ਬਹਾਦਰ ਪਰਮ ਸਤਿਗੁਰ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਵਾਹਿਗੁਰੂ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਆਇਆ ਚੰਦ ਪੁਨ ਲਾਲੂ ਬੋਲਿਓ ਮੁਖ ਬਚਨਾ। ਤਲਵੰਡੀ ਹਟ ਕਰੀਏ ਰਹੋ ਸਦਨ ਨਿਜ ਬਨ ਜੋ ਬਨ ਜਾ। ਮਮ ਬਚ ਉਰ ਮੈਂ ਧਰੀਏ ਤੁਝ ਪਸ਼ਚਾਤ ਕਰਤ ਨਿਤ ਰੋਦਨ। ਹੀਰੋ ਜਨਨੀ ਕਾਤੇ ਸੁਨ ਦੂਸਰ ਪਦ ਸ਼ੀਰ ਮੁਖ ਪਾਖੇ। ਸ਼ੁਭ ਗਤ ਪ੍ਰਾਪਤ ਜਾਂਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੀ ਹੋ ਕੇ ਨੇਤਾ ਪ੍ਰਤੀ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁੜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ ਸਤਿਗੁਰਾਂ ਦੇ ਪਵਿੱਤਰ ਪਾਵਨ ਇਤਿਹਾਸ ਦੀ ਸਤਿਗੁਰਾਂ ਦੇ ਜਨਮ ਸਾਖੀ ਦੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰੂ ਜੀ ਰਾਏ ਭੋਇੰ ਦੀ ਤਲਵੰਡੀ ਵਿਖੇ ਰਾਏ ਬੁਲਾਰ ਨੂੰ ਕਿਰਤਾਰਥ ਕਰ ਰਹੇ ਨੇ। ਮਾਤਾ ਜੀ ਪਿਤਾ ਜੀ ਔਰ ਚਾਚਾ ਲਾਲੂ ਜੀ ਸਤਿਗੁਰਾਂ ਕੋਲ ਆਏ ਨੇ। ਮਾਤਾ ਜੀ ਨੇ ਬੇਬਲ ਤਾਈ ਨਾਲ ਨੇਤਰਾਂ ਚੋਂ ਨੀਰ ਵਹਾਉਂਦਿਆਂ ਬੇਨਤੀ ਕੀਤੀ ਹੈ, ਰਾਏ ਜੀ ਤੁਸੀਂ ਨਾਨਕ ਨੂੰ ਆਖੋ ਕਿ ਘਰ ਰਹੇ। ਇਹਦੇ ਬਿਨਾਂ ਮੇਰਾ ਘਰ ਵਿੱਚ ਇਕੱਲਿਆਂ ਰਹਿਣ ਵੇਲੇ ਚਿੱਤ ਨਹੀਂ ਲੱਗਦਾ। ਮੈਂ ਬੇਬਲ ਤਾਈ ਨਾਲ ਰੁਦਨ ਕਰਦੀ। ਰਾਏ ਬੁਲਾਰ ਨੇ ਬੇਨਤੀ ਕੀਤੀ, ਗਰੀਬ ਨਵਾਜ ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਬੇਨਤੀ ਕਰਾਂ। ਸਤਿਗੁਰੂ ਜੀ ਨੇ ਆਖਿਆ, ਰਾਏ ਜੀ ਤੁਸੀਂ ਬੇਨਤੀ ਕਰ ਸਕਦੇ। ਰਾਏ ਜੀ ਨੇ ਆਖਿਆ, ਮਹਾਰਾਜ ਜੀ ਇੱਥੇ ਆਪ ਜੀ ਦੇ ਖੇਤ ਨੇ, ਜ਼ਮੀਨ ਹੈ, ਆਪ ਜੀ ਇੱਥੇ ਰਹਿ ਕੇ ਖੇਤੀ ਕਰਵਾਓ, ਕੁਝ ਕਾਮੇ ਮੈਂ ਰੱਖ ਦਿੰਨਾ। ਬਹਾਨੇ ਨਾਲ ਤੁਸੀਂ ਘਰ ਵਿੱਚ ਰਹੋਗੇ, ਮਾਤਾ ਜੀ ਖੁਸ਼ ਰਹਿਣਗੇ।
ਔਰ ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਮਾਮਲਾ, ਕੋਈ ਟੈਕਸ ਨਹੀਂ ਤਾਰਨਾ ਪਵੇਗਾ। ਸੁਣ ਕੇ ਗਰੀਬ ਨਵਾਜ ਸਤਿਗੁਰੂ ਜੀ ਨੇ ਆਪਣੇ ਮੁਖੋਂ ਇਹ ਪਾਵਨ ਪਵਿੱਤਰ ਸ਼ਬਦ ਰਾਗ ਸੋਰਠ ਵਿੱਚ ਉਚਾਰਨ ਕੀਤਾ, ਜਿਸ ਦੇ ਪਹਿਲੇ ਬੰਦ ਨੂੰ ਆਪਾਂ ਕੱਲ ਵਿਚਾਰਿਆ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ, ਪਾਉ ਕਰਮ ਕਰ ਜਮਸੀ, ਸੇ ਕਰ ਭਾਗਠ ਦੇਖ। ਬਾਬਾ ਮਾਇਆ ਸਾਥ ਨਾ ਹੋਏ, ਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਏ। ਇਹ ਪਾਵਨ ਪੰਕਤੀਆਂ ਸਤਿਗੁਰੂ ਜੀ ਨੇ ਉਚਾਰਨ ਕਰਕੇ ਖੇਤੀ ਦਾ ਪ੍ਰਕਾਰ ਦੱਸਿਆ ਹੈ। ਲਾਗੇ ਚਾਚਾ ਲਾਲੂ ਜੀ ਬੈਠੇ ਸਨ, ਉਹ ਬੇਨਤੀ ਕਰ ਰਹੇ ਨੇ, ਆਓ ਗੁਰੂ ਖਾਲਸਾ ਜੀ ਮਨ ਬਿਰਤੀਆਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ। ਦੀਨਾਂ ਤੇ ਦਇਆ ਕਰਨ ਵਾਲੇ ਮਹਾਨ ਪਰਉਪਕਾਰੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ, ਕਲ ਕੇ ਸਭ ਦੁਖ ਨਿਵਾਰਨ ਕੋ, ਭਵ ਤਾਰਨ ਕੋ, ਜਗ ਭੀਤਰ ਆਏ। ਜਗ ਜੀਰਨ ਸਾਧਨ ਦੂਰ ਕਰੇ, ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਆਇਆ ਚੰਦ ਪੁਨ ਲਾਲੂ ਬੋਲਿਓ, ਮੁਖ ਬਚਨਾ ਤਲਵੰਡੀ ਹਟ ਕਰੀਏ। ਚਾਚਾ ਲਾਲੂ ਜੀ ਬੋਲੇ, ਕਹਿਣ ਲੱਗੇ, ਨਾਨਕ ਜੀ, ਜੇ ਤੁਸੀਂ ਖੇਤੀ ਨਹੀਂ ਕਰਨੀ, ਤੁਹਾਡਾ ਮਨ ਖੇਤੀ ਕਰਨ ਦੇ ਵਿੱਚ ਨਹੀਂ ਲੱਗਦਾ, ਤਾਂ ਤੁਹਾਨੂੰ ਇਸ ਗੱਲ ਦਾ ਤਜਰਬਾ ਵੀ ਹੈ। ਤੁਸੀਂ ਸੁਲਤਾਨਪੁਰ ਸਾਹਿਬ ਹੱਟ ਦੀ ਡਿਊਟੀ ਕਰਦੇ ਰਹੇ ਹੋ, ਮੋਦੀ ਖਾਨਾ ਚਲਾਉਂਦੇ ਰਹੇ ਹੋ। ਆਪ ਜੀ ਇੱਥੇ ਰਾਏ ਭੋਇੰ ਦੀ ਤਲਵੰਡੀ ਵਿਖੇ ਹੱਟ ਚਲਾ ਲਵੋ, ਦੁਕਾਨ ਕਰ ਲਵੋ, ਹੱਟ ਚਲਾ ਲਵੋ। ਰਹੋ ਸਦਨ ਨਿਜ ਬਨ ਜੋ ਬਨ ਜਾ, ਮਮ ਬਚ ਉਰ ਮੈਂ ਧਰੀਏ। ਇੱਥੇ ਤਲਵੰਡੀ 'ਚ ਤੁਸੀਂ ਦੁਕਾਨ ਕਰ ਲਵੋ ਤੇ ਉਹਦੇ ਨਾਲ ਤੁਸੀਂ ਵਣਜ ਕਰੋ, ਵਪਾਰ ਕਰੋ, ਤੇ ਬਹਾਨੇ ਨਾਲ ਤੁਸੀਂ ਆਪਣੇ ਘਰ ਵਿੱਚ ਰਹੋਗੇ। ਤੁਹਾਡਾ ਮਨ ਘਰ ਦੇ ਵਿੱਚ ਪਰਚ ਜਾਏਗਾ ਤੇ ਮਾਤਾ ਜੀ ਔਰ ਤੁਹਾਡੇ ਪਿਤਾ ਜੀ ਵੀ ਪ੍ਰਸੰਨ ਰਹਿਣਗੇ। ਤੁਝ ਪਸ਼ਚਾਤ ਕਰਤ ਨਿਤ ਰੋਦਨ, ਹੀਰੋ ਜਨਨੀ ਕਾਤੇ। ਨਾਨਕ ਜੀ, ਤੁਸੀਂ ਮੇਰਾ ਇਹ ਬਚਨ ਮੰਨ ਲਓ। ਤੁਹਾਡੇ ਮਾਤਾ ਜੀ ਤੁਹਾਡੇ ਤੋਂ ਪਿੱਛੋਂ ਰੋਂਦੇ ਐ, ਉਹਨਾਂ ਦਾ ਦੁੱਖ ਵੇਖੋ। ਆਪਣੀ ਮਾਂ ਦੇ ਹਿਰਦੇ ਵਿੱਚ ਤੁਹਾਡੇ ਪ੍ਰਤੀ ਜਿਹੜੀ ਮਮਤਾ ਹੈ, ਉਸ ਨੂੰ ਪਰਖੋ ਕਿ ਉਹ ਕਿਵੇਂ ਬੇਬਲ ਹੁੰਦੇ ਆ ਵਿਰਾਗ ਦੇ ਵਿੱਚ ਤੁਹਾਡੇ ਤੋਂ ਬਿਨਾ। ਸੁਨ ਦੂਸਰ ਪਦ ਸ਼੍ਰੀ ਮੁਖ ਭਾਖੇ, ਸ਼ੁਭ ਗਤ ਪ੍ਰਾਪਤ ਜਾਂਤੇ। ਸੁਣ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਬਦ ਦਾ ਦੂਸਰਾ ਬੰਦ ਉਚਾਰਨ ਕੀਤਾ ਹੈ, ਜਿਸ ਨੂੰ ਸਰਵਣ ਕਰਕੇ, ਮਨਨ ਕਰਕੇ, ਨਿਧਿਆਸਣ ਕਰਕੇ ਸ਼ੁਭ ਗਤੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਜੇ ਕੋਈ ਸੁਣੇ, ਮੰਨੇ ਔਰ ਇਹਨਾਂ ਬਚਨਾਂ ਦੀ ਕਮਾਈ ਕਰੇ, ਉਹਨਾਂ ਨੂੰ ਸ਼ੁਭ ਗਤੀ, ਪਰਮ ਗਤੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਮੁਖ ਵਾਕ ਹਾਣ ਹਟ ਕਰ ਆਰਜਾ, ਸੱਚ ਨਾਮ ਕਰ ਵਥ। ਮਹਾਰਾਜ ਜੀ ਨੇ ਦੂਸਰਾ ਬੰਦ ਸ਼ਬਦ ਉਚਾਰਨ ਕੀਤਾ ਕਿ ਜਿਹੜੀ ਉਮਰ ਨਿਤਾ ਪ੍ਰਤੀ ਘਟ ਰਹੀ ਹੈ, ਹਾਣ ਹਟ ਕਰ ਆਰਜਾ, ਇਹ ਸਮਝ ਲੈਣਾ ਕਿ ਛਿਨ ਛਿਨ ਕਰਕੇ, ਪਲ ਪਲ ਕਰਕੇ, ਘੜੀ ਘੜੀ ਕਰਕੇ, ਪੈਰ ਪੈਰ ਕਰਕੇ ਜ਼ਿੰਦਗੀ ਘਟ ਰਹੀ ਹੈ, ਜੀਵਨ ਘਟ ਰਿਹਾ ਹੈ। ਆਮ ਕਰਕੇ ਬੰਦੇ ਕਹਿ ਦਿੰਦੇ ਆ ਕਿ ਜੀ ਸਮਾਂ ਲੰਘ ਰਿਹਾ ਹੈ, ਸਮਾਂ ਬੀਤ ਰਿਹਾ ਹੈ। ਸਮੇਂ ਦਾ ਕੀ ਬੀਤਣਾ ਭਾਈ? ਜੇ ਅੱਜ ਦਾ ਜਿਹੜਾ ਵਾਰ ਹੈ ਤੇ ਆਉਣ ਵਾਲੇ ਸਮੇਂ 'ਚ ਦੁਬਾਰਾ ਫੇਰ ਆ ਜਾਣਾ।
ਦਿਨ ਮੁੜ ਮੁੜ ਕੇ ਆਈ ਜਾਣੇ ਨੇ, ਵਾਰ ਮੁੜ ਮੁੜ ਕੇ ਆਈ ਜਾਣੇ ਆ, ਮਹੀਨੇ ਮੁੜ ਮੁੜ ਕੇ ਆਈ ਜਾਣੇ ਆ। ਸਮਾਂ ਤਾਂ ਆਪਣੀ ਚਾਲ ਨਾਲ ਚੱਲ ਹੀ ਰਿਹਾ। ਸਮਾਂ ਕੀ ਬੀਤੇਗਾ? ਅਸਲ ਵਿੱਚ ਸਮਾਂ ਨਹੀਂ ਬੀਤ ਰਿਹਾ, ਸਾਡੀ ਜ਼ਿੰਦਗੀ ਬੀਤ ਰਹੀ ਹੈ, ਅਸੀਂ ਬੀਤ ਰਹੇ ਹਾਂ। ਜੇ ਕਿਤੇ ਇਹ ਗੱਲ ਸਮਝ ਪੈ ਜਾਏ ਕਿ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਨੀ, ਕਿ ਇੱਕ ਇੱਕ ਛਿਨ ਕਰਕੇ ਪਲ ਪਲ ਕਰਕੇ ਜੀਵਨ ਘਟ ਰਿਹਾ, ਜ਼ਿੰਦਗੀ ਬੀਤ ਰਹੀ ਹੈ, ਇਸ ਗੱਲ ਨੂੰ ਸਮਝ ਲਈਏ ਤਾਂ ਮਹਾਰਾਜ ਜੀ ਕਹਿੰਦੇ ਇਹ ਹੈ ਸਾਡੀ ਦੁਕਾਨ। ਹਾਣ ਹਟ ਕਰ ਆਰਜਾ, ਕਹਿੰਦੇ ਜੀਵਨ ਬੀਤ ਰਿਹਾ ਹੈ, ਜ਼ਿੰਦਗੀ ਬੀਤ ਰਹੀ ਹੈ, ਉਮਰ ਬੀਤ ਰਹੀ ਹੈ, ਇਹ ਜਾਣਨਾ ਇਹ ਹੈ ਸਾਡੀ ਦੁਕਾਨ। ਸੱਚ ਨਾਮ ਕਰ ਵਥ, ਇਸ ਦੁਕਾਨ ਵਿੱਚ ਅਸੀਂ ਪਰਮੇਸ਼ਰ ਦੇ ਸੱਚੇ ਨਾਮ ਦਾ ਸੌਦਾ ਰੱਖਿਆ। ਵਥ ਕਹਿੰਦੇ ਨੇ ਸੌਦੇ ਨੂੰ, ਵਸਤੂ ਨੂੰ। ਪਰਮੇਸ਼ਰ ਦੇ ਸੱਚੇ ਨਾਮ ਦੀ ਜਿਹੜੀ ਵਸਤੂ ਹੈ ਉਹ ਅਸੀਂ ਇਸ ਦੁਕਾਨ ਦੇ ਵਿੱਚ ਰੱਖੀ ਹੋਈ ਹੈ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਦੁਕਾਨ ਵਿੱਚ ਜਿਹੜੇ ਭਾਂਡੇ ਹੁੰਦੇ ਉਹਨਾਂ ਵਿੱਚ ਵਸਤੂਆਂ ਪਾ ਕੇ ਰੱਖੀਆਂ ਹੁੰਦੀਆਂ ਦੁਕਾਨਦਾਰ ਨੇ। ਮਰਦਬਾਨ ਹੁੰਦੇ ਵੀ ਇਹਦੇ 'ਚ ਲੂਣ ਪਾ ਕੇ ਰੱਖਿਆ, ਇਹਦੇ 'ਚ ਮਿੱਠਾ ਸੋਡਾ ਪਾ ਕੇ ਰੱਖਿਆ, ਇਹਦੇ 'ਚ ਆਹ ਵਸਤੂ ਹੈ, ਇਹਦੇ 'ਚ ਆਹ ਵਸਤੂ ਹੈ, ਭਾਂਡਿਆਂ 'ਚ ਪਾ ਕੇ ਰੱਖੀਆਂ ਹੁੰਦੀਆਂ ਵਸਤੂਆਂ। ਮਹਾਰਾਜ ਜੀ ਕਹਿੰਦੇ ਜਿਹੜੀ ਸਾਡੀ ਸੁਰਤੀ ਹੈ ਇਹ ਹੈ ਭਾਂਡ ਸਾਲ, ਇਹ ਭਾਂਡੇ ਨੇ, ਇਹਦੇ ਵਿੱਚ ਨਾਮ ਰੂਪੀ ਵਸਤੂ ਨੂੰ ਅਸੀਂ ਰੱਖਿਆ ਹੋਇਆ ਹੈ। ਜਿਹੜੀ ਜ਼ਿੰਦਗੀ ਬੀਤ ਰਹੀ ਹੈ, ਜੀਵਨ ਬੀਤ ਰਿਹਾ, ਇਹ ਸਮਝਣਾ ਇਹ ਸਾਡੀ ਦੁਕਾਨ ਹੈ, ਔਰ ਇਸ ਦੁਕਾਨ ਵਿੱਚ ਜਿਹੜੀ ਸੁਰਤ ਰੂਪੀ ਭਾਂਡਾ ਹੈ ਉਹਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਰੂਪੀ ਵਸਤੂ ਨੂੰ ਅਸੀਂ ਰੱਖਿਆ ਹੋਇਆ ਹੈ। ਵਣ ਜਾਰਿਆ ਸਿਉ ਵਣਜ ਕਰ, ਲੈ ਲਾਹਾ ਮਨ ਹੱਸ। ਕਿਉਂਕਿ ਨਾਮ ਸੂਖਸ਼ਮ ਹੈ ਤੇ ਸੁਰਤੀ ਵੀ ਸੂਖਸ਼ਮ ਹੈ, ਤੋ ਸੂਖਸ਼ਮ ਨਾਮ ਸੁਰਤੀ ਵਿੱਚ ਹੀ ਵਸਦਾ ਨਾ। ਨਾਮ ਦਾ ਨਿਵਾਸ ਕਿੱਥੇ ਹੁੰਦਾ? ਸੁਰਤੀ 'ਚ ਹੁੰਦਾ। ਇਸ ਕਰਕੇ ਸੁਰਤੀ ਰੂਪੀ ਭਾਂਡੇ 'ਚ ਨਾਮ ਰੂਪੀ ਵਸਤੂ ਨੂੰ ਰੱਖ ਕੇ ਜਿਹੜੇ ਜਗਿਆਸੂ ਰੂਪੀ ਵਣਜਾਰੇ ਨੇ, ਵਪਾਰੀ ਨੇ, ਉਹਨਾਂ ਦੇ ਨਾਲ ਅਸੀਂ ਵਣਜ ਕਰਦੇ ਹਾਂ। ਕਿਵੇਂ? ਆਪ ਜਪਦੇ ਹਾਂ ਤੇ ਉਹਨਾਂ ਨੂੰ ਜਪਾਉਂਦੇ ਹਾਂ। ਆਪ ਜਪਦੇ ਹਾਂ ਤੇ ਜੇ ਕੋਈ ਸਾਡੇ ਪਾਸ ਜਗਿਆਸੂ ਆਉਂਦਾ ਉਸ ਜਗਿਆਸੂ ਨੂੰ ਜਪਾਉਂਦੇ ਹਾਂ। ਇਹ ਆ ਦੁਕਾਨਦਾਰੀ ਕਰਨੀ, ਯਾਨੀ ਕਿ ਦੁਕਾਨ ਤੇ ਕੋਈ ਸੌਦਾ ਲੈਣ ਆਇਆ, ਉਹਦੇ ਨਾਲ ਵਪਾਰ ਕਰਨਾ। ਕਿਵੇਂ ਵਪਾਰ ਕਰਨਾ? ਨਾਮ ਜਪਣਾ ਤੇ ਨਾਮ ਜਪਾਉਣਾ। ਜਿਵੇਂ ਮਹਾਂਪੁਰਸ਼, ਮਹਾਤਮਾ, ਕਾਰ ਸੇਵਾ ਵਾਲੇ ਮਹਾਂਪੁਰਸ਼, ਉਹ ਸਾਰਾ ਦਿਨ ਮਹਾਰਾਜ ਜੀ ਦੇ ਦਰਬਾਰਾਂ ਦੇ ਬਣਾਉਣ ਦੀ ਸੇਵਾਵਾਂ ਨਿਭਾਉਂਦੇ, ਔਰ ਸ਼ਾਮ ਵੇਲੇ ਤੇ ਅੰਮ੍ਰਿਤ ਵੇਲੇ, ਦੋ ਵੇਲੇ ਸੰਗਤ ਜਿਹੜੀ ਉਹਨਾਂ ਦੇ ਨਾਲ ਹੁੰਦੀ ਉਹਨਾਂ ਨੂੰ ਨਾਮ ਜਪਾਉਂਦੇ। ਨਾਲੇ ਆਪ ਜਪਦੇ ਨੇ, ਨਾਲੇ ਉਹਨਾਂ ਨੂੰ ਵੀ ਜਪਾਉਂਦੇ ਐ। ਕੁਝ ਹੋ ਜੇ ਉਹਦਾ ਨਿਯਮ ਨਹੀਂ ਤੋੜਦੇ। ਮੀਂਹ ਪਵੇ, ਕਣੀ ਪਵੇ, ਕਿਹੋ ਜਿਹਾ ਵੀ ਮੌਸਮ ਹੋਵੇ, ਨਾਮ ਜਪਣਾ ਤੇ ਨਾਮ ਜਪਾਉਣਾ, ਇਹਨੂੰ ਕਹਿੰਦੇ ਆ ਵਣਜਾਰਿਆਂ ਨਾਲ ਵਣਜ ਕਰਨਾ, ਵਪਾਰੀਆਂ ਨਾਲ ਵਪਾਰ ਕਰਨਾ। ਜਪਣਾ ਤੇ ਜਪਾਉਣਾ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਏਦਾਂ ਜਪਣਾ ਤੇ ਜਪਾਉਣਾ। ਵਣਜਾਰਿਆਂ ਸਿਉ ਵਣਜ ਕਰ। ਬਹੁਤ ਸਾਰੇ ਮਹਾਂਪੁਰਸ਼ ਜਪਦੇ ਵੀ ਨੇ ਤੇ ਜਪਾਉਂਦੇ ਵੀ ਨੇ। ਇਹ ਮਹਾਰਾਜ ਜੀ ਕਹਿੰਦੇ ਆ ਵਣਜਾਰਿਆਂ ਨਾਲ ਵਣਜ ਕਰਨਾ। ਜਦੋਂ ਇਹ ਵਪਾਰ ਕਰਾਂਗੇ ਜਪਣ ਤੇ ਜਪਾਉਣ ਦਾ, ਤਾਂ ਫਿਰ ਲਾਹਾ ਆਵੇਗਾ ਘਰ ਵਿੱਚ। ਜਦੋਂ ਦੁਕਾਨ 'ਚ ਚੰਗਾ ਸੌਦਾ ਵਿਕਣ ਲੱਗ ਪਏ ਤੇ ਮੁਨਾਫਾ ਹੁੰਦਾ ਨਾ,
ਤੇ ਜਦੋਂ ਕਿਸੇ ਦੁਕਾਨਦਾਰ ਨੂੰ ਮੁਨਾਫਾ ਹੋਵੇ ਤੇ ਫਿਰ ਉਹ ਕੀ ਕਰਦਾ ਹੈ? ਉਹਨੂੰ ਖੁਸ਼ੀ ਹੁੰਦੀ ਹੈ, ਉਹਦੇ ਮਨ 'ਚ ਖੇੜਾ ਆਉਂਦਾ ਵੀ ਮੈਨੂੰ ਲਾਭ ਮਿਲਿਆ, ਮੁਨਾਫਾ ਮਿਲਿਆ। ਕਹਿੰਦੇ ਜਦੋਂ ਇਹ ਵਣਜ ਕਰਾਂਗੇ ਤੇ ਲਾਹਾ ਮਿਲੇਗਾ। ਜਿਸ ਲਾਹੇ ਨੂੰ ਪ੍ਰਾਪਤ ਕਰਕੇ ਮਨ ਹੱਸ ਲੈ ਲਾਹਾ, ਮਨ ਹੱਸ, ਫਿਰ ਮਨ ਖੇੜੇ 'ਚ ਆਵੇਗਾ, ਮਨ 'ਚ ਵਿਗਾਸ ਆਵੇਗਾ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਫਿਰ ਖੇੜਾ ਪ੍ਰਾਪਤ ਹੋਵੇਗਾ, ਵਿਗਾਸ ਪ੍ਰਾਪਤ ਹੋਵੇਗਾ। ਕੁੰਡਲੀਆ ਛੰਦ ਤਬ ਲਾਲੂ ਕਹਿਵਾਇਓ, ਰਾਏ ਬੁਲਾਰੂ ਪਾਸ। ਜਦੋਂ ਸਤਿਗੁਰੂ ਜੀ ਨੇ ਜਵਾਬ ਦਿੱਤਾ ਤੇ ਚਾਚਾ ਲਾਲੂ ਜੀ ਨੇ ਫਿਰ ਰਾਏ ਬੁਲਾਰ ਨੂੰ ਬੇਨਤੀ ਕੀਤੀ, ਰਾਏ ਜੀ ਤੁਸੀਂ ਆਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ। ਨਾਨਕ ਜੇ ਮਨ ਫਿਰਨ ਪਰ ਕਰਤੇ ਪਇਓ ਉਦਾਸ। ਰਾਏ ਬੁਲਾਰ ਕੋਲੋਂ ਕਹਾਇਆ। ਰਾਏ ਬੁਲਾਰ ਕਹਿਣ ਲੱਗਾ, ਮਹਾਰਾਜ ਜੀ ਜੇ ਤੁਹਾਡਾ ਮਨ ਬਾਹਰ ਟੁਰਨ ਫਿਰਨ ਨੂੰ ਕਰਦਾ, ਘਰ ਨਹੀਂ ਲੱਗਦਾ ਮਨ, ਦੁਕਾਨਦਾਰੀ 'ਚ ਮਨ ਨਹੀਂ ਲੱਗਦਾ, ਖੇਤੀ 'ਚ ਮਨ ਨਹੀਂ ਲੱਗਦਾ, ਤੁਹਾਡਾ ਮਨ ਹੈ ਵੀ ਬਾਹਰ ਟੁਰਨਾ ਫਿਰਨਾ, ਦੇਸ਼ ਵਿਦੇਸ਼ ਵੇਖਣੇ ਆ, ਨਗਰਾਂ ਦੇ ਵਿੱਚ ਭਰਮਣ ਕਰਨਾ। ਜੇ ਤੁਹਾਡੇ ਮਨ ਵਿੱਚ ਇਹ ਇੱਛਾ ਤੇ ਘਰ ਵਿੱਚ ਤੁਹਾਡਾ ਮਨ ਉਦਾਸ ਹੈ, ਘਰ ਤੇ ਪਇਓ ਉਦਾਸ, ਮੋਲ ਲੀਜੇ ਕਿੰਕਾਨਾ। ਜੇ ਘਰ ਤੋਂ ਤੁਹਾਡਾ ਮਨ ਉਦਾਸ ਹੈ ਤੇ ਨਾਨਕ ਜੀ ਏਦਾਂ ਕਰੋ, ਤੁਸੀਂ ਸੌਦਾਗਰੀ ਕਰ ਲਓ, ਘੋੜੇ ਖਰੀਦ ਲਓ ਮੁੱਲ, ਤੇ ਘੋੜੇ ਖਰੀਦ ਕੇ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੇਚੋ, ਘੋੜਿਆਂ ਦਾ ਵਪਾਰ ਕਰ ਲਵੋ। ਜੇ ਤੁਹਾਡਾ ਮਨ ਘਰ 'ਚ ਨਹੀਂ ਲੱਗਦਾ, ਮਨ ਘਰ ਵਿੱਚ ਉਦਾਸ ਹੈ, ਤਾਂ ਤੁਸੀਂ ਘੋੜੇ ਖਰੀਦ ਲਵੋ। ਕਰੀਏ ਤਿੰਨ ਕੋ ਵਣਜ, ਫਿਰੋ ਦੇਸ਼ਨ ਜੈ ਜਾਨਾ। ਔਰ ਘੋੜਿਆਂ ਦਾ ਵਣਜ ਕਰੋ, ਘੋੜਿਆਂ ਦਾ ਵਪਾਰ ਕਰੋ, ਜਿਹੜੇ ਮਰਜ਼ੀ ਦੇਸ਼ ਵਿੱਚ ਜਾ ਕੇ ਘੋੜੇ ਖਰੀਦੋ, ਘੋੜੇ ਵੇਚੋ। ਬਹੁਤ ਥਾਵਾਂ ਤੋਂ ਚੰਗੀਆਂ ਚੰਗੀਆਂ ਨਸਲਾਂ ਦੇ ਘੋੜੇ ਮਿਲਦੇ ਆ, ਉੱਥੋਂ ਲਓ ਤੇ ਸਸਤੇ ਮੁੱਲ ਲੈ ਕੇ ਅੱਗੇ ਕਿਤੇ ਜਿਹੜੇ ਦੇਸ਼ ਵਿੱਚ ਮਹਿੰਗੇ ਵਿਕਦੇ ਆ ਉੱਥੇ ਮਹਿੰਗੇ ਵੇਚ ਦਿਓ। ਇਉਂ ਕਰਨ ਦੇ ਨਾਲ ਤੁਸੀਂ ਦੇਸ਼ਾਂ ਵਿਦੇਸ਼ਾਂ 'ਚ ਭਰਮਣ ਵੀ ਕਰੋਗੇ, ਤੁਹਾਡਾ ਮਨ ਵੀ ਲੱਗਾ ਰਹੇਗਾ, ਤੇ ਘੱਟੋ ਘੱਟ ਪਿੱਛੇ ਤੁਹਾਡੀ ਮਾਂ ਨੂੰ ਉਮੀਦ ਹੋਵੇਗੀ ਵੀ ਨਾਨਕ ਜੀ ਆਉਣਗੇ ਵਾਪਸ। ਜੇ ਤੁਸੀਂ ਇਦਾਂ ਚਲੇ ਗਏ ਤਾਂ ਉਮੀਦ ਵੀ ਨਹੀਂ ਵੀ ਤੁਸੀਂ ਵਾਪਸ ਆਉਣਾ ਕਿ ਨਹੀਂ ਆਉਣਾ। ਜਿਹੜੇ ਮਹਾਂਪੁਰਸ਼ ਘਰ ਛੱਡ ਕੇ ਚਲੇ ਜਾਂਦੇ ਆ ਉਹ ਤਾਂ ਪਰਤਦੇ ਹੀ ਨਹੀਂ ਫਿਰ ਮੁੜ ਕੇ। ਜੇ ਤੁਸੀਂ ਸੌਦਾਗਰੀ ਕਰੋਗੇ, ਘੋੜਿਆਂ ਦਾ ਵਪਾਰ ਕਰੋਗੇ, ਨਾਲੇ ਦੇਸ਼ਾਂ ਵਿਦੇਸ਼ਾਂ 'ਚ ਭਰਮਣ ਕਰੋਗੇ, ਤਾਂ ਘੱਟੋ ਘੱਟ ਪਿੱਛੇ ਆਸ ਵੀ ਰਹੇਗੀ ਮਾਤਾ ਨੂੰ ਕਿ ਮੇਰਾ ਪੁੱਤ ਵਾਪਸ ਆਵੇਗਾ। ਤਵ ਜਨਨੀ ਤੀਰਜ ਤਰੇ, ਸੁਤ ਆਵੇ ਫਿਰ ਧਾਮ। ਨਾਨਕ ਜੀ ਤੁਹਾਡੀ ਮਾਤਾ ਜੀ ਨੂੰ ਧੀਰਜ ਹੋਵੇਗਾ ਕਿ ਮੇਰਾ ਪੁੱਤਰ ਵਪਾਰ ਕਰਕੇ ਵਾਪਸ ਆਵੇਗਾ। ਸੁਨ ਸ਼੍ਰੋਨਨ ਸ਼੍ਰੀ ਮੁਖ ਪਨੇ, ਤ੍ਰਿਤੀਆ ਪਦ ਅਬਿਰਾਮ। ਜਦੋਂ ਮਹਾਰਾਜ ਜੀ ਨੇ ਬਚਨ ਸੁਣੇ ਤੇ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦਾ ਤੀਸਰਾ ਬੰਦ ਉਚਾਰਿਆ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਸੌਦਾਗਰੀ ਵੀ ਕਰਦੇ ਆਂ ਤੇ ਘੋੜੇ ਵੀ ਖਰੀਦਦੇ ਵੇਚਦੇ ਆਂ। ਸੁਣੋ ਜੀ, ਕਿਹੜੀ ਸੌਦਾਗਰੀ ਹੈ, ਕਿਹੜੇ ਘੋੜੇ ਨੇ ਜਿਨ੍ਹਾਂ ਦਾ ਸਾਹਿਬ ਵਪਾਰ ਕਰਦੇ ਨੇ, ਸਾਨੂੰ ਸਾਰਿਆਂ ਨੂੰ ਹੁਕਮ ਕਰਦੇ ਐ, ਉਹ ਸੁਣੋ ਜੀ। ਸਿਰੇ ਮੁਖ ਵਾਕ ਸੁਣ ਸਾਸਤ ਸੌਦਾਗਰੀ, ਸਤ ਘੋੜੇ ਲੈ ਚੱਲ। ਮਹਾਰਾਜ ਜੀ ਕਹਿੰਦੇ ਸ਼ਾਸਤਰਾਂ ਦੀ ਕਥਾ ਸੁਣਨੀ, ਧਰਮ ਗ੍ਰੰਥਾਂ ਦੀ, ਗੁਰਬਾਣੀ ਦੀ ਕਥਾ ਸੁਣਨੀ, ਆ ਗੁਰੂ ਕਾ ਇਤਿਹਾਸ ਇਹ ਕਥਾ ਸੁਣਨੀ, ਗੁਰੂ ਕੀ ਬਾਣੀ ਦੀ ਕਥਾ ਸੁਣਨੀ, ਗੁਰਬਾਣੀ ਨੂੰ ਸੁਣਨਾ। ਕਹਿੰਦੇ ਜਿਹੜੇ ਸ਼ਾਸਤਰ ਸੁਣਦੇ ਨੇ, ਧਰਮ ਗ੍ਰੰਥ ਸੁਣਦੇ ਨੇ, ਇਹ ਹੈ ਸੌਦਾਗਰੀ। ਜਿਹੜਾ ਘੋੜਿਆਂ ਦਾ ਵਪਾਰ ਕਰਦਾ ਉਹਨੂੰ ਕਹਿੰਦੇ ਨੇ ਸੌਦਾਗਰ, ਤੇ ਜਿਹੜਾ ਉਹ ਕਿਰਤ ਕਰਦਾ ਉਸ ਕਿਰਤ ਨੂੰ ਕਹਿੰਦੇ ਆ ਸੌਦਾਗਰੀ, ਵੀ ਇਹ ਸੌਦਾਗਰੀ ਕਰਦਾ। ਘੋੜਿਆਂ ਦਾ ਵਪਾਰ ਕਰਨ ਵਾਲੇ ਨੂੰ ਕਹਿੰਦੇ ਸੌਦਾਗਰੀ ਕਰਦਾ, ਤੇ ਉਹਨੂੰ ਜਿਹੜਾ ਸੌਦਾਗਰੀ ਕਰਦਾ ਉਹਨੂੰ ਕਹਿੰਦੇ ਸੌਦਾਗਰ। ਮਹਾਰਾਜ ਜੀ ਕਹਿੰਦੇ ਸ਼ਾਸਤਰ ਸੁਣਨੇ, ਧਰਮ ਗ੍ਰੰਥ ਸੁਣਨੇ, ਗੁਰਬਾਣੀ ਸੁਣਨੀ, ਪਰਮੇਸ਼ਰ ਦੀ ਸੋਭਾ ਸੁਣਨੀ, ਇਹ ਨੇ ਸੌਦਾਗਰੀ। ਇਹ ਹੈ ਸੁਣ ਸਾਸਤ ਸੌਦਾਗਰੀ, ਇਹ ਸੌਦਾਗਰੀ ਹੈ। ਸੱਤ ਘੋੜੇ ਲੈ ਚੱਲ, ਕਹਿੰਦੇ ਸੱਤ ਸੰਤੋਖ,
ਦਇਆ, ਖਿਮਾ, ਇਹ ਜਿੰਨੇ ਸ਼ੁਭ ਗੁਣ ਨੇ, ਕਹਿੰਦੇ ਇਹ ਨੇ ਸਾਡੇ ਕੋਲ ਘੋੜੇ ਜਿਨ੍ਹਾਂ ਨੂੰ ਅਸੀਂ ਲੈ ਕੇ ਚੱਲਦੇ ਹਾਂ। ਇਹ ਸਾਡੇ ਕੋਲ ਘੋੜੇ ਨੇ ਕਿਹੜੇ? ਸਤ, ਸੰਤੋਖ, ਦਇਆ, ਖਿਮਾ, ਇਹ ਜਿਤਨੇ ਵੀ ਸ਼ੁਭ ਗੁਣ ਨੇ, ਇਹ ਸ਼ੁਭ ਗੁਣਾ ਰੂਪੀ ਸਾਡੇ ਕੋਲ ਘੋੜੇ ਹਨ ਜਿਹੜੇ ਅਸੀਂ ਲੈ ਕੇ ਚੱਲਦੇ ਹਾਂ। ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ। ਔਰ ਚੰਗੇ ਕੰਮ ਜਿਹੜੇ ਨੇ, ਚੰਗਿਆਈਆਂ ਦਾ ਅਸੀਂ ਖਰਚ ਆਪਣੇ ਪੱਲੇ ਬੰਨਿਆ। ਸੌਦਾਗਰ ਦੀ ਜੇਬ 'ਚ ਪੈਸਾ ਨਾ ਹੋਵੇ ਤੇ ਵਪਾਰ ਕਿਵੇਂ ਕਰਨ ਜਾਏਗਾ? ਕਹਿੰਦੇ ਸਾਡੇ ਕੋਲ ਜਿਹੜਾ ਅਸੀਂ ਖਰਚਾ ਬੰਨਿਆ ਆਪਣੇ ਪੱਲੇ, ਉਹ ਹੈ ਚੰਗਿਆਈਆਂ ਦਾ ਖਰਚਾ। ਜਿਹੜੀਆਂ ਚੰਗਿਆਈਆਂ ਨੇ, ਚੰਗੇ ਕੰਮ ਨੇ, ਨੇਕ ਨੀਅਤ ਕੰਮ ਨੇ, ਉਹ ਚੰਗੇ ਕੰਮਾਂ ਦਾ ਖਰਚਾ ਅਸੀਂ ਆਪਣੇ ਪੱਲੇ ਬੰਨਿਆ। ਔਰ ਅਸੀਂ ਇਹ ਗੱਲ ਕੱਲ ਤੇ ਨਹੀਂ ਛੱਡੀ ਵੀ ਕੱਲ ਕਰਾਂਗੇ ਜੀ। ਕੋਈ ਚੰਗਾ ਕੰਮ ਕਰਨਾ ਹੋਵੇ, ਅਕਸਰ ਬੰਦਾ ਕਹਿੰਦਾ ਕੱਲ ਕਰਾਂਗੇ। ਕੋਈ ਨਹੀਂ ਜੀ, ਹਲੇ ਬਥੇਰੀ ਉਮਰ ਪਈ ਆ, ਅੰਮ੍ਰਿਤ ਛਕਣ ਨੂੰ ਛਕ ਲਾਂਗੇ। ਖਬਰੇ ਅੰਤਰਯਾਮ ਤਾਂ ਇਹਨੂੰ ਵੀ ਇਹਦੀ ਉਮਰ ਬਥੇਰੀ ਪਈ ਆ। ਇੱਥੇ ਤਾਂ ਇੱਕ ਸਾਹ ਦਾ ਭਰੋਸਾ ਨਹੀਂ, ਦਮ ਦਾ ਭਰੋਸਾ ਨਹੀਂ। ਇਹਨੂੰ ਖਬਰੇ ਅੰਤਰਯਾਮਤਾ ਹੋ ਗਈ ਹੈ ਤਰਲੋਕੀ ਦੀ ਵੀ ਮੇਰੀ ਹਾਲੇ ਬਥੇਰੀ ਉਮਰ ਪਈ ਹੈ ਜੀ, ਛਕ ਲਾਂਗੇ। ਹਾਲੇ ਤਾਂ ਜਵਾਨੀ ਦੀ ਉਮਰ ਹੈ ਜੀ, ਕੋਈ ਨਹੀਂ, ਅਜੇ ਤਾਂ ਖਾਣ ਪੀਣ ਦਾ ਸਮਾਂ। ਏਦਾਂ ਬੜੇ ਲੋਕ ਗੱਲਾਂ ਕਰਦੇ। ਜਿਹੜਾ ਚੰਗਾ ਕੰਮ ਕਰਨਾ ਹੋਵੇ ਨਾ, ਭਲਾ, ਉਹ ਕੱਲ ਤੇ ਨਹੀਂ ਛੱਡਣਾ। ਮਹਾਂਪੁਰਸ਼ ਕਹਿੰਦੇ ਕੋਈ ਭਲਾ ਕੰਮ ਕਰਨਾ ਹੋਵੇ ਤੇ ਉਹਨੂੰ ਟਾਲੋ ਨਾ, ਉਸੇ ਵੇਲੇ ਕਰ ਲਓ। ਕੋਈ ਮਾੜਾ ਕੰਮ ਕਰਨ ਦਾ ਫੁਰਨਾ ਹੋਵੇ, ਉਹਨੂੰ ਟਾਲੀ ਜਾਓ, ਟਾਲੀ ਜਾਓ, ਹੋ ਸਕਦਾ ਟਾਲੀ ਜਾਏ। ਮਾੜਾ ਕੰਮ ਕਰਨ ਦਾ ਵੀ ਫੁਰਨਾ ਹੋ ਹੀ ਜਾਂਦਾ ਨਾ ਕਦੇ, ਤਾਂ ਉਹਨੂੰ ਟਾਲਦੇ ਰਹੋ ਵੀ ਸ਼ਾਇਦ ਟਲ ਜਾਏ। ਜੇ ਕੋਈ ਚੰਗਾ ਕੰਮ ਕਰਨ ਨੂੰ ਮਨ ਕਰੇ ਤਾਂ ਉਹ ਝੱਟ ਕਰ ਲਓ। ਕਿਤੇ ਨੌਵੇਂ ਪਾਤਸ਼ਾਹ ਦੇ ਬਚਨ ਉਹ ਇਸ ਤਰ੍ਹਾਂ ਸਾਡੇ ਤੇ ਲਾਗੂ ਨਾ ਹੋ ਜਾਣ ਜੋ ਮੇਰੇ ਸਾਹਿਬ ਨੇ ਕਹੇ ਨੇ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ, ਕਿਤੇ ਕੰਮ ਨਾ ਹੋ ਜਾਏ। ਮਹਾਰਾਜ ਜੀ ਕਹਿੰਦੇ ਅਸੀਂ ਕੱਲ ਤੇ ਨਹੀਂ ਗੱਲ ਛੱਡੀ। ਜਿਹੜਾ ਚੰਗਿਆਈਆਂ ਦਾ ਖਰਚਾ ਹੁਣੇ ਹੀ ਪੱਲੇ ਬੰਨ ਲਿਆ ਸੀ ਆਪਣੇ ਨਾਲ। ਹਾਂਜੀ, ਨਿਰੰਕਾਰ ਕੈ ਦੇਸ ਜਾਏ ਤਾਂ ਸੁਖ ਲਏ ਮਹਲ। ਹੁਣ ਅਸੀਂ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ, ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਸੁਖ ਮਹਿਲ ਦੀ ਪ੍ਰਾਪਤੀ ਕਰ ਲਈ ਹੈ। ਸੁਖ ਮਹਿਲ ਮਿਲ ਗਿਆ ਸਾਨੂੰ। ਜਿਹੜਾ ਚੰਗਿਆਈਆਂ ਦਾ ਖਰਚ ਸੀ, ਸਤ, ਸੰਤੋਖ ਆਦਿਕ ਸ਼ੁਭ ਗੁਣਾਂ ਦੇ ਘੋੜੇ ਸਨ। ਧਰਮ ਗ੍ਰੰਥਾਂ ਦੀ ਸੁਣਨ ਵਾਲੀ ਜਿਹੜੀ ਕਥਾ ਸੁਣੀ ਸੀ, ਉਹ ਸੌਦਾਗਰੀ ਸੀ ਸਾਡੇ ਕੋਲੇ। ਤੇ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਅਸੀਂ ਸੁਖ ਮਹਿਲ ਦੀ ਪ੍ਰਾਪਤੀ ਕਰ ਲਈ, ਯਾਨੀ ਕਿ ਆਪਣੇ ਨਿਜ ਸਰੂਪ ਦੀ ਪ੍ਰਾਪਤੀ ਕਰ ਲਈ ਹੈ। ਜੋ ਸਾਡਾ ਨਿਜ ਰੂਪ ਹੈ ਉਹਨੂੰ ਅਸੀਂ ਜਾਣ ਲਿਆ। ਦੋਹਰਾ ਕਹੇ ਨਿਬ੍ਰਿਤ ਕੇ ਬਚਨ ਜੇ, ਨੈ ਸਮਝਤ ਮਨ ਮਾਏ। ਸਤਿਗੁਰੂ ਜੀ ਨੇ ਜਿਹੜੇ ਬਚਨ ਕਹੇ ਨੇ, ਨਿਰਵਿਰਤੀ ਦੇ ਬਚਨ ਨੇ। ਖਾਲਸਾ ਜੀ, ਇੱਕ ਪ੍ਰਵਿਰਤੀ ਮਾਰਗ ਹੈ, ਇੱਕ ਨਿਰਵਿਰਤੀ ਮਾਰਗ ਹੈ। ਸਤਿਗੁਰਾਂ ਨੇ ਆਪਣੇ ਗੁਰਮੁਖਾਂ ਨੂੰ ਨਿਰਵਿਰਤੀ ਤੇ ਪ੍ਰਵਿਰਤੀ ਦੇ ਦੋਵੇਂ ਰਾਹ ਸਿਖਾਏ ਨੇ। ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ। ਜਿਹੜਾ ਨਿਰਵਿਰਤੀ ਦਾ ਰਾਹ ਹੈ ਉਹ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਇੱਥੇ ਦੱਸ ਰਹੇ ਨੇ। ਮਹਾਰਾਜ ਜੀ ਸਮਝਾ ਰਹੇ ਨੇ ਨਿਰਵਿਰਤੀ ਦਾ ਮਾਰਗ, ਪਰ ਇਹਨਾਂ ਨੂੰ ਸਮਝ ਨਹੀਂ ਪੈਂਦਾ, ਨਾ ਚਾਚੇ ਲਾਲੂ ਨੂੰ, ਨਾ ਪਿਤਾ ਜੀ ਹੁਣਾਂ ਨੂੰ, ਪਰਿਵਾਰ ਨੂੰ। ਨਿਰਵਿਰਤੀ ਦੇ ਮਾਰਗ ਸਤਿਗੁਰੂ ਜੀ ਬਚਨ ਸੁਣਾ ਰਹੇ ਨੇ, ਉਹ ਬਚਨ ਇਹਨਾਂ ਨੂੰ ਨਹੀਂ ਸਮਝ ਆਉਂਦੇ। ਬੌਰ ਬੌਰ ਪਰ ਬ੍ਰਿਤ ਕੇ ਕਮਲ ਬਦਨ ਸੋ ਪ੍ਰਾਏ। ਸਤਿਗੁਰੂ ਜੀ ਨਿਰਵਿਰਤੀ ਦੇ ਬਚਨ ਕਰਦੇ ਨੇ, ਮੁੜ ਮੁੜ ਕੇ ਪ੍ਰਵਿਰਤੀ ਦੇ ਬਚਨ ਕਰਦੇ ਆ ਵੀ ਸਤਿਗੁਰੂ ਜੀ ਇਹ ਕੰਮ ਕਰ ਲੋ ਜੀ। ਆ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਕਰੀ ਜਾਂਦੇ। ਨਿਰਵਿਰਤੀ ਦੇ ਬਚਨ ਕਰਦੇ, ਇਹ ਮੁੜ ਮੁੜ ਕੇ ਪ੍ਰਵਿਰਤੀ ਦੇ ਬਚਨ ਕਰਕੇ ਕਮਲ ਬਦਨ ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਆਹ ਕੰਮ ਕਰ ਲੋ ਜੀ, ਆਹ ਕਰ ਲੋ। ਏਦਾਂ ਬਚਨ ਕਰਦੇ ਹਨ। ਦੁਵਈਆ ਚੰਦ ਸੁਨ ਕਾਲੂ ਪੁਨ ਬਚਨ ਬਖਾਨੇ,
ਜੋ ਤੁਮ ਇਹ ਨੇ ਕਰਨਾ। ਫਿਰ ਪਿਤਾ ਮਹਿਤਾ ਕਾਲੂ ਜੀ ਕੋਲੋਂ ਬੋਲੇ, ਕਹਿਣ ਲੱਗੇ, ਹੇ ਪੁੱਤਰ ਨਾਨਕ, ਜੇ ਤੂੰ ਆਹ ਕੰਮ ਵੀ ਨਹੀਂ ਕਰਨਾ, ਸੌਦਾਗਰੀ ਵੀ ਨਹੀਂ ਕਰਨੀ, ਕਰੋ ਚਾਕਰੀ ਭੂਪਤ ਕਹਿ ਕੀ ਹੋਵੋ ਚਾਕਰ ਬਰਨਾ। ਤੇ ਫਿਰ ਤੁਸੀਂ ਕਿਸੇ ਰਾਜੇ ਕੋਲ ਨੌਕਰੀ ਕਰ ਲਓ, ਕਿਉਂਕਿ ਨੌਕਰੀ ਕਰਨੀ ਕਿਹੜਾ ਮਾੜੀ ਹੈ। ਨਾ ਤੁਸੀਂ ਖੇਤੀ ਕਰਨੀ ਆ, ਨਾ ਤੁਸੀਂ ਦੁਕਾਨ ਕਰਨੀ ਆ, ਨਾ ਤੁਸੀਂ ਘੋੜਿਆਂ ਦਾ ਵਪਾਰ ਕਰਨਾ, ਤਾਂ ਫਿਰ ਇੱਕੋ ਕੰਮ ਰਹਿ ਗਿਆ ਪਿੱਛੇ ਨੌਕਰੀ ਵਾਲਾ। ਫਿਰ ਨੌਕਰੀ ਕਰ ਲਓ, ਕਿਸੇ ਰਾਜੇ ਦੇ ਕੋਲ ਨੌਕਰੀ ਕਰ ਲਓ, ਤੇ ਰਾਏ ਬੁਲਾਰ ਜੀ ਸਿਫਾਰਿਸ਼ ਕਰ ਦੇਣਗੇ, ਕਿਤੇ ਵੀ ਨੌਕਰੀ ਕਰ ਲਵੋ। ਮੁਝ ਬਚਮਾਨ ਕਰੋ ਇਹ ਕਾਜਾ ਤਜੋ ਫਕੀਰੀ ਬੇਸਾ। ਮੇਰਾ ਬਚਨ ਮੰਨ ਕੇ ਕੰਮ ਕਰ ਲਓ, ਤੁਸੀਂ ਨੌਕਰੀ ਕਰ ਲਓ ਨਾਨਕ ਜੀ। ਆ ਜਿਹੜਾ ਤੁਸੀਂ ਫਕੀਰੀ ਬੇਸ ਧਾਰਨ ਕੀਤਾ, ਇਹਨੂੰ ਛੱਡ ਦਿਓ, ਇਹ ਫਕੀਰੀ ਲਿਬਾਸ ਤਿਆਗ ਦਿਓ। ਸੁਨ ਕਰ ਚਤੁਰਥ ਪਦ ਕੋ ਬਦਤੰ ਸ਼੍ਰੀ ਨਾਨਕ ਜਗਤੇਸ਼ਾ। ਪਿਤਾ ਜੀ ਦੇ ਬਚਨ ਸੁਣ ਕੇ ਗੁਰਦੇਵ ਨੇ ਸ਼ਬਦ ਦਾ ਚੌਥਾ ਬੰਦ ਉਚਾਰਨ ਕੀਤਾ, ਜੋ ਪਿਤਾ ਜੀ ਨੂੰ ਸੰਬੋਧਨ ਕਰਕੇ ਗੁਰਦੇਵ ਨੇ ਕਿਹਾ, ਸ੍ਰੀ ਮੁਖ ਵਾਕ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ। ਮਹਾਰਾਜ ਗਰੀਬ ਨਵਾਜ ਸਾਹਿਬ ਨੇ ਚੌਥਾ ਬੰਦ ਸ਼ਬਦ ਦਾ ਅਖੀਰਲਾ ਬੰਦ ਹੈ ਉਚਾਰਨ ਕੀਤਾ। ਸਾਹਿਬ ਕਹਿਣ ਲੱਗੇ, ਪਿਤਾ ਜੀ ਅਸੀਂ ਚਾਕਰੀ ਤੇ ਨੌਕਰੀ ਵੀ ਕਰਦੇ ਹਾਂ। ਕਿਹੜੀ ਨੌਕਰੀ ਕਰਦੇ ਹਾਂ ਜੀ? ਸੁਣੋ, ਲਾਏ ਚਿਤ ਕਰ ਚਾਕਰੀ, ਪਰਮੇਸ਼ਰ ਦੇ ਨਾਲ ਚਿੱਤ ਲਾ ਕੇ ਅਸੀਂ ਇਹ ਕਰਦੇ ਹਾਂ ਚਾਕਰੀ। ਅਕਾਲ ਪੁਰਖ ਨਾਲ ਚਿੱਤ ਲਾਇਆ, ਅਸੀਂ ਪਰਮੇਸ਼ਰ ਨਾਲ ਚਿੱਤ ਜੋੜਿਆ, ਤੇ ਪਰਮੇਸ਼ਰ ਨਾਲ ਚਿੱਤ ਲਾ ਕੇ ਅਸੀਂ ਕਰਦੇ ਹਾਂ ਚਾਕਰੀ। ਮਨ ਨਾਮ ਕਰ ਕੰਮ, ਤੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਮੰਨਣਾ, ਇਹ ਅਸੀਂ ਕੰਮ ਕਰਦੇ ਹਾਂ। ਜਿਵੇਂ ਨੌਕਰ ਨੇ ਕੋਈ ਕੰਮ ਕਰਨਾ ਹੀ ਹੁੰਦਾ ਨਾ, ਕਹਿੰਦੇ ਸਾਡਾ ਕੰਮ ਕੀ ਹੈ? ਪਰਮੇਸ਼ਰ ਦੇ ਨਾਮ ਨੂੰ ਮੰਨਣਾ। ਕੀ ਮੰਨਣਾ? ਨਾਮ ਹੀ ਮੁਕਤੀ ਦਾਤਾ ਹੈ, ਨਾਮ ਹੀ ਗਿਆਨ ਦਾ ਦਾਤਾ ਹੈ, ਨਾਮ ਹੀ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਕਰਾਣੇ ਵਾਲਾ ਹੈ। ਹਰੀ ਨਾਮ ਹੀ ਸੰਸਾਰ ਨੂੰ ਪੈਦਾ ਕਰਨੇ ਵਾਲਾ ਹੈ, ਨਾਮ ਹੀ ਸਾਰੇ ਜਗਤ ਦਾ ਆਧਾਰ ਹੈ। ਕਹਿੰਦੇ ਅਸੀਂ ਮੰਨਦੇ, ਤੇ ਪਰਮੇਸ਼ਰ ਦੇ ਨਾਮ ਨੂੰ ਮੰਨਣਾ ਇਹ ਸਾਡਾ ਕੰਮ ਹੈ। ਬਨ ਬਦੀਆਂ ਕਰ ਧਾਵਣੀ ਤਾਂ ਕੋ ਆਖੇ ਧਨ। ਬਦੀਆਂ ਨੂੰ, ਮਾੜੇ ਖਿਆਲਾਂ ਨੂੰ, ਮਾੜੇ ਫੁਰਨਿਆਂ ਨੂੰ, ਮਾੜੇ ਸੰਕਲਪ ਵਿਕਲਪਾਂ ਨੂੰ ਕਹਿੰਦੇ ਇਹਨਾਂ ਨੂੰ ਬੰਨ ਕੇ ਇਹਨਾਂ ਤੇ ਧਾਵਾ ਕਰਨਾ, ਇਹਨਾਂ ਤੇ ਹੱਲਾ ਬੋਲਣਾ, ਯਾਨੀ ਕਿ ਇਹਨਾਂ ਨੂੰ ਭਜਾ ਦੇਣਾ। ਕਹਿੰਦੇ ਇਹ ਸਾਡਾ ਕੰਮ ਹੈ। ਬਦੀਆਂ ਨੂੰ ਬੰਨ ਕੇ ਉਹਨਾਂ ਤੇ ਧਾਵਣੀ ਮਤਲਬ ਹੱਲਾ ਕਰਨਾ, ਉਹਨਾਂ ਨੂੰ ਭਜਾ ਦੇਣਾ। ਕਹਿੰਦੇ ਜਿਹੜਾ ਆਹ ਕੰਮ ਕਰਦਾ ਹੈ ਮਹਾਰਾਜ ਜੀ ਕਹਿੰਦੇ ਉਹ ਧਨ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਇਦਾਂ ਦੀ ਚਾਕਰੀ ਕਰਦੇ ਆ ਨਾ, ਇਦਾਂ ਦੀ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਦੱਸ ਰਹੇ ਆ, ਮਹਾਰਾਜ ਜੀ ਕਹਿੰਦੇ ਉਹ ਧਨ ਹਨ। ਤਾਂ ਕੋ ਆਖੈ ਧਨ, ਤਿਸ ਨੂੰ ਧਨ ਆਖੀਏ। ਨਾਨਕ ਵੇਖੇ ਨਦਰ ਕਰ ਚੜੈ ਚਵਗਣ ਵਨ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਇਦਾਂ ਦੀ ਕੋਈ ਚਾਕਰੀ ਕਰਦਾ ਤੇ ਫਿਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਆਪਣੇ ਇਹੋ ਜਿਹੇ ਚਾਕਰ ਦੇ ਉੱਤੇ ਨਿਗਾਹ ਕਰਕੇ, ਨਜ਼ਰ ਕਰਕੇ ਵੇਖਦਾ। ਉਹ ਰਹਿਮਤ ਦੇ ਘਰ ਵਿੱਚ ਆ ਕੇ ਆਪਣੇ ਚਾਕਰ ਵੱਲ ਜਦੋਂ ਤੱਕਦਾ ਤਾਂ ਫਿਰ ਉਸ ਚਾਕਰ ਨੂੰ ਪਹਿਲਾਂ ਨਾਲੋਂ ਵੀ 4 ਗੁਣਾ ਵੱਧ ਰੰਗ ਚੜ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਚੜ੍ਹੈ ਚਵਗਣ ਵਨ, ਚਵਗਣ ਮਤਲਬ 4 ਗੁਣਾ, ਵਨ ਕਹਿੰਦੇ ਆ ਰੰਗ ਨੂੰ। ਕਹਿੰਦੇ ਪਹਿਲੇ ਨਾਲੋਂ ਵੀ 4 ਗੁਣਾ ਵੱਧ ਰੰਗ ਚੜ ਜਾਂਦਾ ਉਹਦੇ ਤੇ। ਜਦੋਂ ਸਾਹਿਬ ਜੀ ਆਪਣੇ ਚਾਕਰ ਤੇ, ਆਪਣੇ ਸੇਵਕ ਤੇ ਨਜ਼ਰ ਕਰਕੇ ਵੇਖਦੇ ਆ, ਨਜ਼ਰ ਕਿਰਪਾ ਭਰੀ ਦ੍ਰਿਸ਼ਟੀ ਕਰਕੇ ਵੇਖਦੇ ਆ। ਮਹਾਰਾਜ ਮੈਂ ਇੰਨੀ ਵੇਰੀ ਭਜਨ ਕੀਤਾ, ਤੁਹਾਡਾ ਇੱਕ ਨੇ ਉਲਾਂਭਾ ਦਿੱਤਾ।
ਇੰਨੀ ਵਾਰੀ ਭਜਨ ਕੀਤਾ ਤੇ ਤੁਸੀਂ ਮੇਰੇ ਵੱਲ ਵੇਖਿਆ ਹੀ ਨਹੀਂ। ਇੰਨੀ ਵਾਰੀ ਵਾਹਿਗੁਰੂ 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 ਕਿਹਾ, ਤੁਸੀਂ ਮੇਰੇ ਵੱਲ ਤੱਕਿਆ ਹੀ ਨਹੀਂ। ਉਹ ਕਹਿਣ ਲੱਗੇ ਸੱਜਣਾ, ਮੈਂ ਤੇਰੇ ਵੱਲ ਵੇਖਦਾ ਸੀ ਤਾਂ ਹੀ ਤੂੰ ਕਹਿੰਦਾ ਸੀ ਵਾਹਿਗੁਰੂ। ਜੇ ਮੈਂ ਵੇਖਦਾ ਹੀ ਨਾ ਤੇਰੇ ਵੱਲੇ ਤੇ ਤੂੰ ਕਿਵੇਂ ਆਖਦਾ ਵਾਹਿਗੁਰੂ? ਮੈਂ ਵੇਖਦਾ ਸੀ ਤਾਂ ਤੂੰ ਕਹਿੰਦਾ ਸੀ ਵਾਹਿਗੁਰੂ। ਪਰਮੇਸ਼ਰ ਦੀ ਨਜ਼ਰ ਦੇ ਨਾਲ ਹੀ ਸਭ ਕੁਝ ਹੈ। ਸਾਡੇ ਸਾਹ ਚੱਲਦੇ ਆ, ਦਮ ਚੱਲਦੇ ਆ, ਪਰਮੇਸ਼ਰ ਦੀ ਨਜ਼ਰ ਨਾਲ ਚੱਲ ਰਹੇ ਆ। ਤੇ ਆਪਣੇ ਜਿਸ ਸੇਵਕ ਤੇ, ਆਪਣੇ ਜਿਸ ਦਾਸ ਤੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਨਾਲ ਵੇਖਦੇ ਨੇ, ਉਹਨੂੰ 4 ਗੁਣਾ ਵੱਧ ਰੰਗ ਚਾੜ ਦਿੰਦੇ ਆ। ਪਰਮੇਸ਼ਰ ਆਪਣੀ ਭਗਤੀ ਦਾ ਰੰਗ ਚਾੜ ਦਿੰਦੇ ਆ। ਹਾਂਜੀ। ਸਵਈਆ ਸ਼੍ਰੋਨ ਸੋਨੇ ਏਵ ਤੂਸ਼ਨ ਕੀਨ, ਅਧੀਨ ਪਾਏ ਜਨਨੀ ਜਨਕ ਸੋ। ਕਹਿੰਦੇ ਜਦੋਂ ਮਹਾਰਾਜ ਜੀ ਨੇ ਚੌਥਾ ਬੰਦ ਉਚਾਰਿਆ ਤੇ ਸਭ ਨੇ ਸੁਣਿਆ। ਸਭ ਸੁਣ ਕੇ ਇੱਕ ਵਾਰੀ ਚੁੱਪ ਕਰ ਗਏ। ਸ਼੍ਰੋਨ ਸੋਨੇ ਏਵ ਤੂਸ਼ਨ ਕੀਨ, ਅਧੀਨ ਪਾਏ ਜਨਨੀ ਜਨਕੰ ਸੋ। ਜਨਨੀ ਮਾਤਾ ਜੀ, ਜਨਕੰ ਪਿਤਾ ਜੀ, ਦੋਵੇਂ ਸਾਹਿਬ ਦੇ ਅਧੀਨ ਹੋ ਕੇ ਕੌਣ ਉਪਾਏ ਨਿਕੇਤ ਰਹੇ, ਬਿਰ ਆਤੁਰ ਹੋਏ ਵਿਚਾਰ ਔਰੰਗ ਸੋ। ਦੋਵੇਂ ਬਿਰਹਾ ਤੁਰ ਹੋ ਕੇ ਮਨ 'ਚ ਵਿਚਾਰ ਕਰਦੇ ਆ ਵੀ ਕਿਹੜਾ ਉਪਾਅ ਕਰੀਏ, ਐਸਾ ਕਿਹੜਾ ਇਹੋ ਜਿਹਾ ਤਰੀਕਾ ਅਪਣਾਈਏ ਜਿਸ ਉਪਾਅ ਨਾਲ, ਜਿਸ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਘਰ ਰਹਿ ਜਾਣ ਤੇ ਬਾਹਰ ਜਾਣ ਹੀ ਨਾ। ਪਿਤਾ ਜੀ ਵੀ ਸੋਚਦੇ ਆ, ਮਾਤਾ ਜੀ ਵੀ ਸੋਚਦੇ ਆ ਕੀ ਉਪਾਅ ਕਰੀਏ, ਐਸਾ ਐਸਾ ਕਿਹੜਾ ਉਪਰਾਲਾ ਕਰੀਏ, ਕਿਹੜੀ ਇਹੋ ਜਿਹੀ ਜੁਗਤ ਅਪਣਾਈਏ ਕਿ ਨਾਨਕ ਜੀ ਘਰੋਂ ਬਾਹਰ ਨਾ ਜਾਣ। ਏਤ ਤਨੁਜ ਹੋਇਓ ਫਕੀਰ, ਵਿਦੇਸ਼ ਗਾਵੇ ਕਿਵ ਤੀਰ ਤਰੰਗ ਸੋ। ਇੱਕੋ ਇੱਕ ਸਾਡਾ ਤਨੂਜ ਪੁੱਤਰ ਹੈ। ਤਨੂਜ ਕਹਿੰਦੇ ਆ ਪੁੱਤਰ ਨੂੰ। ਇੱਕੋ ਇੱਕ ਸਾਡਾ ਪੁੱਤਰ ਹੈ, ਉਹ ਵੀ ਫਕੀਰ ਬਣ ਕੇ ਜੇ ਵਿਦੇਸ਼ ਤੁਰ ਗਿਆ ਤੇ ਅਸੀਂ ਕਿਵੇਂ ਧੀਰਜ ਧਰਾਂਗੇ? ਇੱਕੋ ਇੱਕ ਲਾਲ ਹੈ, ਇੱਕੋ ਇੱਕ ਪੁੱਤਰ ਹੈ ਸਾਡਾ, ਤੇ ਇੱਕੋ ਇੱਕ ਪੁੱਤਰ ਜੇ ਸਾਡਾ ਸਾਨੂੰ ਛੱਡ ਕੇ ਵਿਦੇਸ਼ ਚਲਾ ਗਿਆ ਫਕੀਰ ਬਣ ਕੇ, ਤੇ ਸਾਨੂੰ ਕਿਵੇਂ ਧੀਰਜ ਦੀ ਪ੍ਰਾਪਤੀ ਹੋਵੇਗੀ? ਤਾਤ ਕੋ ਮੋਹ ਨਾ ਭੇਦ ਪਛਾਨੇ, ਜਾਣੇ ਮਾਨਵ ਆਨ ਸਮੰਸੋ। ਮਾਤਾ ਔਰ ਪਿਤਾ ਜੀ ਦੋਨਾਂ ਨੂੰ ਆਪਣੇ ਪੁੱਤਰ ਦੀ ਮੋਹ ਦੀ ਬਿਰਤੀ ਸਤਾ ਰਹੀ ਹੈ। ਮੋਹ ਹੈ, ਇਹ ਮੇਰਾ ਸਾਡਾ ਪੁੱਤਰ ਹੈ, ਪਰ ਸਤਿਗੁਰਾਂ ਦਾ ਭੇਦ ਨਹੀਂ ਜਾਣਦੇ। ਨਾ ਭੇਦ ਪਛਾਨ, ਭੇਦ ਨਹੀਂ ਪਛਾਣਦੇ। ਉਹ ਇਹ ਸਮਝਦੇ ਆ ਵੀ ਜਿਵੇਂ ਆਮ ਮਾਨਵ ਹੁੰਦੇ ਆ ਸਧਾਰਨ, ਸਾਡਾ ਪੁੱਤਰ ਵੀ ਉਹਨਾਂ ਆਮ ਮਾਨਵਾਂ ਵਾਂਗੂ ਹੈ। ਉਹਨਾਂ ਨੂੰ ਤਾਂ ਪੁੱਤਰ ਹੀ ਦਿਸਦਾ ਨਾ, ਤੇ ਪੁੱਤਰ ਦੇ ਮੋਹ ਵਸ ਹੋ ਕੇ ਦੁਖੀ ਹੋ ਰਹੇ ਨੇ। ਸਤਿਗੁਰਾਂ ਦਾ ਭੇਦ ਨਹੀਂ ਪਛਾਣਦੇ। ਮਹਾਰਾਜ ਜੀ ਨੂੰ ਜਿਹੜੇ ਆਮ ਸੰਸਾਰ ਦੇ ਸਧਾਰਨ ਮਾਨਵ ਹੁੰਦੇ ਆ, ਉਹਨਾਂ ਦੇ ਸਮਾਨ ਕਰਕੇ ਵੇਖ ਰਹੇ ਨੇ। ਰਾਏ ਕਾਏ ਫੁਰਮਾਇਸ਼ ਕੀ, ਨਿਜ ਆਇਸ ਦੇਵੋ ਜੋ ਔਰ ਹੋਈ। ਲਾਗੇ ਰਾਏ ਬੁਲਾਰ ਬੈਠਾ ਹੱਥ ਜੋੜ ਕੇ ਕਹਿੰਦਾ, ਮਹਾਰਾਜ ਫਿਰ ਕੋਈ ਹੋਰ ਫਰਮਾਇਸ਼ ਹੋਵੇ ਤਾਂ ਉਹ ਦੱਸੋ। ਤੁਸੀਂ ਆਪਣੀ ਕੋਈ ਫਰਮਾਇਸ਼ ਦੱਸ ਦਿਓ ਜੋ ਤੁਹਾਡੇ ਮਨ ਦੇ ਵਿੱਚ ਹੋਵੇ। ਮਹਾਰਾਜ ਉਹ ਕਿਰਪਾ ਕਰਕੇ ਦੱਸ ਦਿਓ, ਜੋ ਆਗਿਆ ਕਰੋਗੇ ਅਸੀਂ ਉਹੀ ਕੁਝ ਕਰਾਂਗੇ। ਮੋਕਾਰ ਤੇ ਤੁਮ ਸੇਵ ਬਨੈ, ਸਫਲਾ ਸ਼ੁਭ ਬਾਸੁਰ ਜਾਨੋ ਸੋਈ। ਮੇਰੇ ਹੱਥੀਂ ਕੋਈ ਤੁਹਾਡੀ ਸੇਵਾ ਹੋ ਸਕੇ, ਮੈਂ ਜਾਣਾਂਗਾ ਮੇਰਾ ਜੀਵਨ ਸਫਲ ਹੋ ਗਿਆ। ਜਿਹੜੀ ਵਸਤੂ ਤੁਹਾਡੀ ਸੇਵਾ ਵਿੱਚ ਕੰਮ ਆ ਸਕੇ, ਮੈਂ ਸਮਝਾਂਗਾ ਉਹ ਵਸਤੂ ਸਫਲ ਹੋ ਗਈ। ਮਹਾਰਾਜ ਮੈਂ ਤਾਂ ਇਹ ਭਾਵਨਾ ਰੱਖਦਾ, ਮੇਰੇ ਲਈ ਕੋਈ ਫਰਮਾਇਸ਼ ਹੋਵੇ ਤਾਂ ਦੱਸੋ। ਲੇਹੋ ਪਦਾਰਥ ਤੋ ਕੇਰ ਤਾਰਥ, ਹੋਏ ਸੋ ਆਰਥ ਲੋਕਨ ਦੋਈ। ਮਹਾਰਾਜ ਜੀ ਆਪ ਦੀ ਕੋਈ ਪਦਾਰਥ ਹੋਵੇ, ਮੇਰੇ ਕੋਲੋਂ ਤੁਹਾਨੂੰ ਫਰਮਾਇਸ਼ ਹੋਵੇ ਕਿ ਮੈਂ ਕੋਈ ਪਦਾਰਥ ਦੇ ਸਕਾਂ, ਕੋਈ ਐਸਾ ਪਦਾਰਥ ਜੋ ਤੁਹਾਡੇ ਮਨ ਨੂੰ ਚੰਗਾ ਲੱਗੇ, ਤਾਂ ਮਹਾਰਾਜ ਜੀ ਮੈਂ ਸਮਝਾਂਗਾ ਮੇਰੇ ਜਿੰਨੇ ਮੇਰੇ ਕੋਲ ਪਦਾਰਥ ਨੇ ਉਹਨਾਂ ਤੋਂ ਜਿਹੜਾ ਪਦਾਰਥ ਤੁਸੀਂ ਲੈ ਲਵੋਗੇ ਮੈਂ ਸਮਝਾਂਗਾ ਉਹੀ ਸਫਲ ਹੋਇਆ, ਬਾਕੀ ਸਭ ਨਿਸ਼ਫਲ। ਮਹਾਰਾਜ ਕਿਰਪਾ ਕਰੋ, ਆਪਣੀ ਕੋਈ ਫਰਮਾਇਸ਼ ਕਹੋ।
श्री गुर यो सुन कहते हैं ते कै बानी बैराग कै संग पे गोई। ਮਹਾਰਾਜ ਜੀ ਨੇ ਜਦੋਂ ਰਾਏ ਬੁਲਾਰ ਦੀ ਬੇਨਤੀ ਸੁਣੀ, ਵਿਰਾਗਮਈ ਬਾਣੀ ਬੋਲੀ ਸਤਿਗੁਰਾਂ ਨੇ, ਕੋਈ ਚਾਹਨਾ ਹੀ ਨਹੀਂ। ਵਿਰਾਗ ਕਹਿੰਦੇ ਜਦੋਂ ਕਿਸੇ ਪਦਾਰਥ ਨਾਲ ਕੋਈ ਲਗਾਵ ਹੀ ਨਾ ਹੋਵੇ ਉਹਨੂੰ ਕਹਿੰਦੇ ਵੈਰਾਗ। ਰਾਗ ਤੋਂ ਬਹਿ ਰਹਿਤ ਹੋ ਜਾਣਾ, ਰਾਗ ਨਾਮ ਹੁੰਦਾ ਲਗਾਵ ਦਾ, ਲਗਾਵ ਤੋਂ ਰਹਿਤ ਹੋਣਾ, ਉਹਨੂੰ ਕਹਿੰਦੇ ਬੈਰਾਗ। ਵਿਰਾਗਮਈ ਬਾਣੀ ਮਹਾਰਾਜ ਜੀ ਬੋਲੇ, ਕਹਿਣ ਲੱਗੇ श्री कर तार उदार महा तै ऊपर है फुरमाइश मेरी। ਮਹਾਰਾਜ ਜੀ ਕਹਿੰਦੇ ਰਾਏ ਬੁਲਾਰ ਜੀ, ਸ਼੍ਰੀ ਕਰਤਾਰ ਅਕਾਲ ਪੁਰਖ ਪਰਮੇਸ਼ਰ ਬੜਾ ਉਦਾਰ ਹੈ, ਸਾਡੀ ਫਰਮਾਇਸ਼ ਉਸ ਕਰਤਾਰ ਤੇ ਹੈ। ਅਸੀਂ ਜੇ ਫਰਮਾਇਸ਼ ਕਰਨੀ ਹੈ ਤਾਂ ਉਹਦੇ ਤੇ ਕਰਾਂਗੇ ਨਾ, ਜਿਹੜਾ ਕਰਤਾਰ ਵੀ ਹੈ ਤੇ ਉਦਾਰ ਵੀ ਹੈ, ਬੜਾ ਖੁੱਲਾ ਦਿਲ ਹੈ ਉਹਦਾ। ਹਾਂਜੀ। पालत जो जल में थल में सो चालिया चल को सब काले आदेरी। ਜਿਹੜਾ ਜਲ ਵਿੱਚ ਥਲ ਵਿੱਚ ਸਰਬ ਥਾਵਾਂ ਤੇ ਅਚਲ ਅਚਲ ਜੜ ਚੇਤਨ ਸਭ ਨੂੰ ਸਰਬ ਥਾਵਾਂ ਤੇ ਪਾਲਣੇ ਵਾਲਾ ਹੈ, ਸਾਡੀ ਫਰਮਾਇਸ਼ ਉਹਦੇ ਤੇ ਹੈ जे पदार्थ नाहे रहे तेर होत विनाश ना लावें देरी। ਆ ਜਿਹੜੇ ਸੰਸਾਰ ਦੇ ਪਦਾਰਥ ਨੇ ਸਦਾ ਥਿਰ ਨਹੀਂ ਰਹਿਣੇ, ਇਹਨਾਂ ਦਾ ਵਿਨਾਸ਼ ਹੋ ਜਾਣਾ, ਇਹਨਾਂ ਨੂੰ ਦੇਰੀ ਨਹੀਂ ਲੱਗਣੀ ਬਿਨ ਸਦਿਆਂ। छोर गए देश चार को जयकार संग किसे ने आवत हेरी। ਇਹ ਚਾਰੇ ਪਦਾਰਥ ਜਿਹੜੇ ਸੰਸਾਰ ਦੇ ਦੱਸੇ ਜਾਂਦੇ, ਜਿੰਨੇ ਵੀ ਇਹ ਪਦਾਰਥ ਨੇ, ਇਹਨਾਂ ਨੂੰ ਛੱਡ ਕੇ ਚਲੇ ਜਾਣਾ। ਜਿਹੜਾ ਜਿੱਤ ਵੀ ਲੈਂਦਾ ਨਾ ਇਹਨਾਂ ਨੂੰ, ਉਹ ਵੀ ਇਹਨਾਂ ਨੂੰ ਛੱਡ ਕੇ ਚਲਿਆ ਜਾਂਦਾ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ, ਉਹ ਵੀ ਹਾਰ ਕੇ ਸੰਸਾਰ ਤੋਂ ਚਲਿਆ ਜਾਂਦਾ। ਇਹ ਪਦਾਰਥ ਕਿਸੇ ਦੇ ਨਾਲ ਨਹੀਂ ਚੱਲਦੇ ਵੇਖੇ। जीत दसो देश द्रुत लाई जिन पूपन ते निज सेव कराए। ਜਿਨ੍ਹਾਂ ਨੇ ਦਸਾਂ ਦਿਸ਼ਾਵਾਂ ਤੇ ਜਿੱਤ ਪ੍ਰਾਪਤ ਕਰ ਲਈ, ਜਿਨ੍ਹਾਂ ਨੇ ਦਸਾਂ ਦਿਸ਼ਾਵਾਂ ਨੂੰ ਜਿੱਤਦਿਆਂ ਦੇਰੀ ਨਹੀਂ ਲਾਈ। ਵੱਡੇ ਵੱਡੇ ਰਾਜੇ ਆਪਣੇ ਦਰਾਂ ਮੂਹਰੇ ਨੌਕਰ ਬਣਾ ਕੇ ਖਿਡਾਰ ਲਏ, ਏਡੇ ਏਡੇ ਵੱਡੇ ਰਾਜੇ ਹੋਏ ਕਿ ਜਿਨ੍ਹਾਂ ਨੇ ਦਸਾਂ ਦਿਸ਼ਾਵਾਂ ਨੂੰ ਜਿੱਤ ਕੇ, ਜਿਹੜੇ ਵੱਡੇ ਵੱਡੇ ਰਾਜ ਕਰਨ ਵਾਲੇ ਰਾਜੇ ਸੀ, ਉਹਨਾਂ ਨੂੰ ਆਪਣੇ ਦਰਾਂ ਮੂਹਰੇ ਖੜਾ ਕਰ ਲਿਆ। ਏਡੇ ਏਡੇ ਵੱਡੇ ਰਾਜੇ, ਵੀਰ ਅਪਾਰ ਬੜੇ ਬਰਿਆਰ, बड़े बड़े भले राजे, बड़े राजे, जीत फिरा सब देश दिसान को, बाग ढोल मृदंग, वो बड़े बड़े राजे ਜਿਹੜੇ ਸਾਰੇ ਸੰਸਾਰ ਨੂੰ ਜਿੱਤ ਲਿਆ, ਜਿਨ੍ਹਾਂ ਨੇ ਵੱਡੇ ਵੱਡੇ ਰਾਜਿਆਂ ਨੇ। ਹਾਂਜੀ। पुंज किए तन हैवर गैवर जोर चमू चतुरंग बनाए। ਜਿਨ੍ਹਾਂ ਨੇ ਵੱਡੇ ਵੱਡੇ ਧਨ ਦੇ ਅੰਬਾਰ ਆਪਣੇ ਭਰ ਘਰਾਂ ਵਿੱਚ ਭਰ ਕੇ ਰੱਖ ਲਏ, ਉਹਨਾਂ ਦੇ ਗੰਜ ਜੋੜ ਲਏ, ਵਧੀਆ ਵਧੀਆ ਹਾਥੀ ਘੋੜੇ, ਚਾਰ ਪ੍ਰਕਾਰ ਦੀਆਂ ਫੌਜਾਂ ਉਹ ਆਪਣੇ ਨਾਲ ਇਕੱਠੀਆਂ ਕਰਕੇ ਰੱਖ ਲਈਆਂ। जौन समय कार काहे न जानत अंत समय पग नंग सेदाए। ਕਹਿੰਦੇ ਜਿਹੜਾ ਸਮਾਂ ਉਹ ਅੰਤਲਾ ਆਉਣਾ ਸੀ, ਉਸ ਵੇਲੇ ਨਾ ਸਾਰਿਆਂ ਨੂੰ ਛੱਡ ਕੇ ਨੰਗੇ ਪੈਰੀ ਵੱਡੇ ਵੱਡੇ ਰਾਜਿਆਂ ਨੂੰ ਸੰਸਾਰ ਤੋਂ ਜਾਣਾ ਪਿਆ। ਮਾਤੇ ਮਤੰਗ ਜਰੇ ਜਰ ਸੰਗ ਅਨੂਪਯ ਤੰਗ ਸਰੰਗ ਸਵਾਰੇ। कोट तो रंग को रंग से कूदत पौन के गौन को जात निवारे। भारी पूजान के भूप पली बेद न्यावत शीस न जात बिचारे। एते भय तो कहाँ पे भूपत अंत को नागे ही पाए पधारे। कलगीधर स्वामी दे भजन अमृत सवैये महाराज कहते एडे एडे ਵੱਡੇ ਰਾਜੇ ਜਿਨ੍ਹਾਂ ਕੋਲ ਮਸਤ ਝੂਲਦੇ ਹੋਏ ਹਾਥੀ, ਹਵਾ ਨੂੰ ਪਿੱਛੇ ਛੱਡ ਜਾਣ ਵਾਲੇ ਘੋੜੇ, ਚਾਰ ਪ੍ਰਕਾਰ ਦੀਆਂ ਫੌਜਾਂ ਦੇ ਮਾਲਕ, ਉਹ ਵੀ ਇਹ ਸੰਸਾਰ ਤੋਂ ਜਦੋਂ ਗਏ ਤੇ ਨੰਗੇ ਪੈਰੀ ਸਭ ਕੁਝ ਛੱਡ ਛਡਾ ਕੇ ਚਲੇ ਗਏ। ਉਹਨਾਂ ਨੂੰ ਇਸੇ ਤਰ੍ਹਾਂ ਹੀ ਜਾਣਾ ਪਿਆ। ਹਾਂਜੀ।
जो कछ साज समाज हो तो सब छोड़ गए न पार बसाए। ਕਹਿੰਦੇ ਜੋ ਕੁਝ ਵੀ ਸੀ, ਜੋ ਪ੍ਰਕਾਰ ਪਦਾਰਥ ਸਨ, ਕਈ ਤਰ੍ਹਾਂ ਦੇ ਸਾਗ ਸਮਾਜ ਸਨ, ਸਭ ਛੱਡ ਕੇ ਚਲੇ ਗਏ। ਇੰਨਾ ਸਾਗ ਸਮਾਜ ਜਿਨ੍ਹਾਂ ਦਾ ਪਾਰ ਹੀ ਨਹੀਂ ਪੈਂਦਾ, ਕਿ ਕਿੰਨਾ ਕੁਝ ਸੀ ਉਹਨਾਂ ਦੇ ਪਾਸ, ਉਹ ਗਿਣਿਆ ਹੀ ਨਹੀਂ ਜਾਂਦਾ। ਕਹਿੰਦੇ ਸਭ ਕੁਝ ਛੱਡ ਕੇ ਚਲੇ ਗਏ। ਮਹਾਰਾਜ ਗਰੀਬ ਨਵਾਜ ਸਾਹਿਬ ਦੇ ਬਚਨ ਨੇ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ, ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜਿਉ ਜੀਵਨ ਬਲ ਨਾ ਸਰਪ ਜੈਸੇ ਅਰਝਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ। ਸਭ ਚਲੇ ਗਏ ਸੰਸਾਰ ਤੋਂ, ਔਰ ਉਹਨਾਂ ਕੋਲ ਜਿੰਨਾ ਸਮਾਜ ਸੀ, ਇਹ ਸਾਰੇ ਬਚਨ ਖਾਲਸਾ ਜੀ ਵਿਰਾਗਮਈ ਬਚਨ ਨੇ। ਗੁਰੂ ਪਾਤਸ਼ਾਹ ਜਿਹੜੇ ਬਚਨ ਸੁਣਾ ਰਹੇ ਨੇ ਨਾ, ਇਹ ਵਿਰਾਗ ਨਾਲ ਭਰੇ ਹੋਏ ਹੈ। ਪੰਜ ਬਾਣੀਆਂ ਦਾ ਨਿਤਨੇਮ ਕਰਨ ਵੇਲੇ ਜਪਜੀ ਸਾਹਿਬ ਪੜ੍ਹ ਕੇ, ਜਾਪ ਸਾਹਿਬ ਪੜ੍ਹ ਕੇ, ਜਦੋਂ ਗੁਰੂ ਕਾ ਸਿੱਖ ਸਵਈਏ ਪੜ੍ਹਦਾ ਨਾ, ਤਾਂ ਸਵਈਏ ਪੜ੍ਹਦਿਆਂ ਉਹਦਾ ਹਿਰਦਾ ਵਿਰਾਗ ਦੀਆਂ ਅਤ ਉੱਚ ਤਰੰਗਾਂ ਨੂੰ ਛੂੰਹਦਾ, ਉੱਥੇ ਆ ਕੇ ਪਰਮ ਵਿਰਾਗ ਆ ਜਾਂਦਾ। ਤੇ ਜਦੋਂ ਵਿਰਾਗ ਆਉਂਦਾ, ਵਿਰਾਗ ਫਿਰ ਬੇਨਤੀ ਵਿੱਚ ਤਬਦੀਲ ਹੋ ਜਾਂਦਾ। ਜਦੋਂ ਵਿਰਾਗ ਬੇਨਤੀ 'ਚ ਤਬਦੀਲ ਹੁੰਦਾ ਨਾ, ਤੇ ਬੇਨਤੀ ਦੇ ਵਿੱਚ ਫਿਰ ਆਨੰਦ ਉਪਜ ਕੇ ਆਉਂਦਾ। ਬੇਨਤੀ ਤੋਂ ਬਾਅਦ ਫਿਰ ਆਨੰਦ ਉਪਜਦਾ ਹੈ। ਇਹ ਖੰਡੇ ਦੀਆਂ ਪੰਜ ਬਾਣੀਆਂ, ਖੰਡੇ ਦੀ ਪੌਲ ਦੀਆਂ, ਵੇਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਕੈਸਾ ਸੁੰਦਰ ਵਿਧਾਨ ਬਣਾਇਆ। ਜਪ ਜਾਪ ਤੋਂ ਬਾਅਦ ਵਿਰਾਗ, ਵਿਰਾਗ ਤੋਂ ਬਾਅਦ ਬੇਨਤੀ, ਤੇ ਬੇਨਤੀ ਤੋਂ ਬਾਅਦ ਪਰਮ ਆਨੰਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਐਸਾ ਆਨੰਦ ਉਹ ਫਿਰ ਹਿਰਦੇ ਚ ਉਪਜ ਆਉਂਦਾ। ਪਾਤਸ਼ਾਹ ਇੱਥੇ ਵਿਰਾਗ ਜੰਨਿਆ ਉਪਦੇਸ਼ ਦੇ ਰਹੇ ਨੇ। ਮਹਾਰਾਜ ਜੀ ਕਹਿੰਦੇ, ਜੇ ਕਛ ਸਾਜ ਸਮਾਜ ਹੋ ਤੋ ਸਭ ਛੋੜ ਗਏ ਨਹਿ ਪਾਰ ਬਸਾਏ। ਇਹ ਜਿੰਨਾ ਸਾਗ ਸਮਾਜ ਸੀ, ਸਭ ਕੁਝ ਛੱਡ ਕੇ ਚਲੇ ਗਏ। ਕਹਿੰਦੇ ਇੰਨਾ ਸਾਗ ਸਮਾਜ ਸੀ, ਮਾਨ ਸੇ ਮਹੀਪ ਦਲੀਪ ਕੈਸੇ ਛਤਰਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਏ ਹੈ। ਕਿੱਡੇ ਕਿੱਡੇ ਵੱਡੇ ਰਾਜੇ ਸਨ, ਮਾਨ ਸੇ ਮਹੀਪ, ਮਾਨਧਾਤਾ ਵਰਗੇ, ਦਲੀਪ ਵਰਗੇ। ਏਕ शिव भय एक गए एक फेर भय, रामचंद कृष्ण के अवतार भी अनेक हैं। मोन दी मदार केते असनी कुमार केते अंसाया अवतार केते काल बस भये हैं। किड्डे किड्डे बड़े राजे अवतार भी संसार तो चले गए। राम गयो रावण गयो जाको बहु परवार, कहो नानक थिर कछ नहीं सुपने जो संसार। ਇਹ ਸੰਸਾਰ ਦੀ ਰਚਨਾ ਹੀ ਐਸੀ ਹੈ। ਇੱਥੇ 4 ਦਿਨ ਆਪਣੀ ਨੌਬਤ ਵਜਾ ਕੇ ਬੜੇ ਬੜੇ ਰਾਜੇ, ਜੋ ਪਸਾਰਾ ਉਹਨਾਂ ਨੇ ਆਪਣੇ ਪਾਸ ਇਕੱਠਾ ਕਰਕੇ ਰੱਖਿਆ, ਇੰਨਾ ਪਸਾਰਾ ਸੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਸ ਪਸਾਰੇ ਦਾ ਵੀ ਅੰਤ ਨਹੀਂ ਸੀ, ਉਹ ਵੀ ਛੱਡ ਕੇ ਚਲੇ ਗਏ। ਕੂਰ ਪਸਾਰ ਰਚਿਓ ਕਰ ਤਾਰ ਨੇ। ਇਹ ਜਿਤਨਾ ਵੀ ਪਸਾਰਾ ਹੈ, ਇਹ ਝੂਠ ਦਾ ਪਸਾਰਾ ਕਰਤਾਰ ਦਾ ਰਚਿਆ ਹੋਇਆ। ਤਾਨਕ ਨਾਤ ਦਈ ਇਹ ਮਾਇਆ। ਪਰਮੇਸ਼ਰ ਨੇ ਮਾਇਆ ਦੀ ਕਨਾਤ ਤਾਣ ਦਿੱਤੀ ਆ, ਵੀ ਜੀਵ ਨੂੰ ਸਮਝ ਹੀ ਨਾ ਪਵੇ ਵੀ ਇਹ ਝੂਠ ਹੈ। ਇਸ ਝੂਠ ਦੇ ਉੱਤੇ ਵਾਹਿਗੁਰੂ ਨੇ, ਈਸ਼ਵਰ ਨੇ ਮਾਇਆ ਦੀ ਕਨਾਤ ਤਾਣ ਦਿੱਤੀ ਹੈ। ਹੁਣ ਮਾਇਆ ਦੀ ਕਨਾਤ ਤਾਣ ਦਿੱਤੀ ਹੈ, ਜਿਸ ਕਰਕੇ ਸਮਝ ਹੀ ਨਹੀਂ ਪੈਂਦੀ ਕਿ ਇਹ ਸੱਚ ਹੈ ਕਿ ਝੂਠ ਹੈ। ਰੰਗੇ ਅਨੇਕਨ ਕੀ ਜੋ ਬਨੀ, ਜਿਨ ਮਾਨਵ ਕੋ ਨਿਜ ਗਿਆਨ ਪੋਲਾਇਆ। ਪਰਮੇਸ਼ਰ ਦੀ ਇਹ ਮਾਇਆ ਅਨੇਕ ਰੰਗਾਂ ਦੀ ਬਣੀ ਹੋਈ ਸੰਸਾਰ 'ਚ ਵਰਤਦੀ ਹੈ, ਜਿਸ ਨੇ ਮਨੁੱਖ ਨੂੰ, ਜੀਵ ਨੂੰ ਆਪਣਾ ਰੂਪ ਭੁਲਾਇਆ ਹੋਇਆ। ਇਹਨੂੰ ਆਪਣਾ ਆਪ ਹੀ ਭੁੱਲ ਗਿਆ, ਇਹਨੂੰ ਆਪਣਾ ਆਪ ਹੀ ਵਿਸਰ ਗਿਆ ਵੀ ਮੈਂ ਕੀ ਹਾਂ। ਪਿਆਰ ਪਦਾਰਥ ਕੂਰ ਸੁਆਰਥ। ਪਦਾਰਥ ਪਿਆਰੇ ਲੱਗਦੇ ਨੇ, ਝੂਠੇ ਸਵਾਰਥਾਂ ਵਿੱਚ ਜੀਵ ਉਲਝੇ ਹੋਏ ਨੇ। ਵਿੱਚ ਫਸੇ ਸਭ ਬੈਸ ਬਿਹਾਇਆ। ਪਦਾਰਥਾਂ ਨਾਲ ਪਿਆਰ ਕਰਕੇ ਝੂਠੇ ਸਵਾਰਥਾਂ ਵਿੱਚ ਉਲਝ ਕੇ
ਇਹਨਾਂ ਵਿੱਚ ਫਸ ਕੇ ਜੀਵ ਆਪਣੀ ਸਾਰੀ ਜ਼ਿੰਦਗੀ, ਆਪਣਾ ਸਾਰਾ ਜੀਵਨ ਬਤੀਤ ਕਰ ਰਿਹਾ ਹੈ। ਆਦ ਸਰੂਪ ਅਨਾਦ ਲਖਿਓ ਨੇ, ਕਹਿੰਦੇ ਜੋ ਆਦ ਸਵਰੂਪ ਅਕਾਲ ਪੁਰਖ ਪਰਮੇਸ਼ਰ ਹੈ, ਜੋ ਅਨਾਦੀ ਹੈ, ਉਹਨੂੰ ਨਹੀਂ ਲਖਿਆ, ਉਹਨੂੰ ਨਹੀਂ ਜਾਣਿਆ। ਤੋ ਲਖ ਹੀ ਜੇ ਕਰੇ ਹਰ ਦਾਇਆ, ਕਹਿੰਦੇ ਤਾਂ ਜਾਣੇਗਾ ਉਹਨੂੰ ਰਾਏ ਬੁਲਾਰ ਜੀ ਜਿਹਦੇ ਤੇ ਆਪ ਉਹ ਆਪਣੀ ਦਇਆ ਕਰਕੇ ਆਪਣਾ ਸਰੂਪ ਜਣਾਉਂਦਾ ਹੈ। ਜਿਹਨੂੰ ਜਣਾ ਦੇਵੇ ਉਹੀ ਉਹਦੇ ਸਵਰੂਪ ਨੂੰ ਜਾਣਦਾ ਹੈ। ਰਾਏ ਬੁਲਾਰ ਉਚਾਰਤ ਵਾਕ, ਕਹੋ ਸਤ ਬਾਤ ਨਾ ਕੂਰ ਦਿਆਲਾ। ਰਾਏ ਬੁਲਾਰ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਹੱਥ ਜੋੜ ਕੇ ਕਹਿੰਦੇ, ਮਹਾਰਾਜ ਤੁਸੀਂ ਜੋ ਕਿਹਾ ਇੱਕ ਇੱਕ ਵਾਕ ਤੁਹਾਡਾ ਸਤ ਹੈ। ਸਤਿ ਸ੍ਰੀ ਅਕਾਲ। ਕਹੋ ਸਤ ਬਾਤ ਨਾ ਕੂਰ ਦਇਆਲਾ। ਮਹਾਰਾਜ ਤੁਸੀਂ ਸੱਚ ਵਾਕ ਕਹਿੰਦੇ ਹੋ, ਇੱਕ ਇੱਕ ਵਾਕ ਤੁਹਾਡਾ ਸੱਚ ਹੈ ਦਿਆਲੂ ਸਾਹਿਬ ਜੀ, ਇਹਦੇ ਚ ਰੰਚਕ ਭਰ ਵੀ ਝੂਠ ਨਹੀਂ। ਮਾਤ ਪਿਤਾ ਤੁਮਰੇ ਬੇਰੇ ਆਤੁਰ, ਪਰ ਮਹਾਰਾਜ ਤੁਹਾਡੇ ਮਾਤਾ ਤੇ ਪਿਤਾ ਜੀ ਬੜੇ ਬਿਰਹਾਤੁਰ ਨੇ, ਉਹ ਬੜੇ ਵਿਆਕੁਲ ਨੇ, ਤੁਹਾਡਾ ਵਿਛੋੜਾ ਉਹਨਾਂ ਕੋਲੋਂ ਨਹੀਂ ਚੱਲ ਹੁੰਦਾ। ਨਾ ਗਵਨੋ ਰਹੀਏ ਨਿਜ ਸ਼ਾਲਾ। ਮਹਾਰਾਜ ਨਾ ਜਾਓ, ਸਾਈਂ ਜੀ ਨਾ ਜਾਓ, ਸਾਹਿਬ ਜੀ ਨਾ ਜਾਓ, ਇੱਥੇ ਹੀ ਰਹੋ ਆਪਣੇ ਘਰ। 300 ਕੂਪ ਕੀਲੇ ਹੋ ਕ੍ਰਿਖੀ, ਕਰ ਦੇਗੇ ਦੀਨ ਕੋ ਆਓ ਬਿਸਾਲਾ। ਮਹਾਰਾਜ ਮੇਰੇ ਕੋਲ 300 ਖੂਹਾਂ ਦੀ ਖੇਤੀ ਹੈ, 300 ਖੂਹ ਨੇ, ਉਹਨਾਂ ਦੇ ਨਾਲ ਜਿੰਨੀ ਖੇਤੀ ਹੈ, ਕਿਤਨੇ ਮੁਰੱਬੇ ਨੇ, ਮਹਾਰਾਜ ਉਹ ਸਾਰੀ ਆਪ ਦੀ ਲੈ ਲਓ, ਉਹਦੇ 'ਚ ਖੇਤੀ ਕਰੋ, ਤੇ ਖੇਤੀ ਕਰਕੇ ਉਹਦੇ ਵਿੱਚ ਜਿਤਨਾ ਅੰਨ ਧਨ ਪੈਦਾ ਹੋਵੇ ਉਹ ਤੁਹਾਨੂੰ ਕਿਤੇ ਦੇਣ ਦੀ ਲੋੜ ਨਹੀਂ, ਕਿਤੇ ਟੈਕਸ ਨਹੀਂ ਭਰਨਾ, ਕਿਤੇ ਹਾਲਾ ਨਹੀਂ ਭਰਨਾ। ਜਿੰਨੇ ਗਰੀਬ ਆਉਣ, ਨਿਵਾਣੇ ਆਉਣ, ਮਹਾਰਾਜ ਜੀ ਸਭ ਕੁਝ ਉਹਨਾਂ ਨੂੰ ਛਕਾ ਦਿਓ ਦੀਨਾਂ ਤੇ ਦਇਆ ਕਰਕੇ। ਮਹਾਰਾਜ ਜਿਤਨਾ ਉਹ 300 ਖੂਹਾਂ ਦੀ ਖੇਤੀ 'ਚ ਅੰਨ ਧਨ ਹੋਵੇ ਉਹ ਦੀਨਾਂ ਨੂੰ ਛਕਾ ਦਿਓ। ਦੀਨਨ ਕੋ ਦੁੱਖ ਦੇਖ ਸਕੋ ਨੇ, ਯੋ ਕਰੀਏ ਕਰ ਬੈਸ ਕਿਰਪਾਲਾ। ਕਿਉਂਕਿ ਮਹਾਰਾਜ ਤੁਸੀਂ ਦੀਨਾਂ ਦਾ ਦੁੱਖ ਵੇਖ ਨਹੀਂ ਸਕਦੇ, ਇਉਂ ਕਰੋ ਆਪ ਜੀ ਘਰ ਰਹੋ, ਮਹਾਰਾਜ ਘਰ 'ਚ ਬੈਠੇ ਰਹੋ, 300 ਖੂਹਾਂ ਦੀ ਖੇਤੀ ਤੁਸੀਂ ਕਰਾਓ, ਤੇ ਜੋ ਉੱਥੇ ਹੋਵੇ ਦੀਨਾਂ ਤੇ ਦਇਆ ਕਰਕੇ ਉਹਨਾਂ ਨੂੰ ਸਭ ਕੁਝ ਛਕਾ ਦਿਓ। ਇੱਕ ਕੀ ਦੇਗ ਆਖੰਡ ਚਲੇ, ਬ੍ਰਹਮੰਡ ਹੀ ਮੰਗਤ ਹੈ ਜਿਸ ਪਾਈ। ਮਾਂ ਕਵੀ ਜੀ ਦੀ ਕਵਿਤਾ ਵੀ ਇੱਥੇ ਫਿਰ ਨਾਲ ਨਾਲ ਰੰਗ ਭਰਦੀ ਹੈ। ਆਹਾ, ਜਦੋਂ ਰਾਏ ਨੇ ਆਖਿਆ ਨਾ ਮਹਾਰਾਜ 300 ਖੂਹਾਂ ਦੀ ਖੇਤੀ ਹੈ, ਖੇਤ ਵਿੱਚ ਫਸਲ ਜਿੰਨੀ ਬਿਜਾਓ, ਜਿੰਨਾ ਅੰਨ ਧਨ ਹੋਵੇ ਗਰੀਬਾਂ ਨੂੰ ਛਕਾ ਦਿਓ, ਦੀਨਾਂ ਨੂੰ ਖਵਾ ਦਿਓ। ਤੇ ਅੱਗੋਂ ਮੇਰੇ ਸਾਹਿਬ ਜੀ ਕਹਿੰਦੇ ਆ, ਰਾਏ ਇੱਕ ਅਕਾਲ ਪੁਰਖ ਦੀ ਦੇਗ ਅਖੰਡ ਚਲਦੀ ਆ ਪੂਰੇ ਵਿਸ਼ਵ ਭਰ ਵਿੱਚ। ਇੱਕ ਕੀ ਦੇਗ ਅਖੰਡ ਚਲ, ਇੱਕ ਦੀ ਦੇਗ, ਇੱਕ ਦਾ ਲੰਗਰ ਅਕਾਲ ਪੁਰਖ ਦਾ ਅਖੰਡ ਲਗਾਤਾਰ ਇੱਕ ਰਸ ਨਿਰੰਤਰ ਚੱਲ ਰਿਹਾ। ਬ੍ਰਹਮੰਡ ਹੀ ਮੰਗਤ ਹੈ ਜਿਸ ਪਾਹੀ, ਇਹ ਸਾਰਾ ਬ੍ਰਹਮੰਡ ਉਸੇ ਕੋਲੋਂ ਮੰਗਦਾ, ਉਸ ਅਕਾਲ ਪੁਰਖ ਕੋਲੋਂ ਹੀ ਮੰਗਦਾ। ਉਹੀ ਦਵਈਆ ਹੈ ਸਭ ਦਾ, ਉਹੀ ਖਵਈਆ ਹੈ ਸਭ ਦਾ, ਉਹੀ ਸਭ ਨੂੰ ਰੋਜ਼ੀ ਦੇ ਕੇ ਪਾਲਣੇ ਵਾਲਾ ਹੈ। ਆਦ ਨਾ ਅੰਤ ਬੇਅੰਤ ਲਖੋ, ਜਗ ਕੰਤ ਦਾਤਾਰ ਸਮਾਨ ਕੋ ਨਾਈ। ਜਿਸ ਦਾ ਨਾ ਆਦ ਹੈ ਨਾ ਅੰਤ ਹੈ, ਉਹ ਬੇਅੰਤ ਜਾਣੋ, ਤੇ ਸਾਰੇ ਜਗਤ ਦਾ ਕੰਤ ਮਾਲਕ ਹੈ, ਉਹਦੇ ਸਮਾਨ ਕੋਈ ਦੂਜਾ ਦਾਤਾਰ ਨਹੀਂ ਹੈ। ਦਾਤਾਰ ਨਾ ਸਮ, ਦਾਤਾਰ ਸਮਾਨ ਕੋ ਨਾਹੀ। ਉਸ ਵਾਹਿਗੁਰੂ ਪਰਮੇਸ਼ਰ ਵਰਗਾ ਦਾਤਾ ਹੋਰ ਕੋਈ ਨਹੀਂ। ਪ੍ਰਾਨ ਸ਼ਰੀਰ ਰਚਿਓ ਤਨ ਤਾਨ, ਸਦਾ ਭਜੀਏ ਕਰਤਾ ਮਨ ਮਾਈ। ਉਸੇ ਨੇ ਸਾਡੇ ਸਰੀਰ ਦੀ ਰਚਨਾ ਕੀਤੀ ਹੈ, ਇਹਦੇ ਚ ਪ੍ਰਾਣ ਰਚੇ ਹੋਏ ਨੇ। ਪ੍ਰਾਣ ਤੇ ਸਰੀਰ, ਧਨ ਤਾਨ ਸਭ ਉਸੇ ਦਾ ਰਚਿਆ ਹੋਇਆ। ਉਹਨੂੰ ਸਾਰੇ ਜਗਤ ਦਾ ਕਰਤਾ ਜਾਣ ਕੇ ਹੇ ਰਾਏ ਜੀ ਉਹਦਾ ਭਜਨ ਕਰੀਏ। ਜਿਸ ਨੇ ਸਰੀਰ ਰਚਿਆ, ਜਿਸ ਨੇ ਪ੍ਰਾਣ ਰਚੇ ਨੇ, ਜਿਸ ਨੇ ਧਨ ਤਾਨ
ਸਭ ਕੁਝ ਜਿਸ ਨੇ ਰਚਿਆ ਉਹਨੂੰ ਸਾਰੇ ਸੰਸਾਰ ਦਾ, ਸਾਰੀ ਸ੍ਰਿਸ਼ਟੀ ਦਾ ਕਰਤਾ ਜਾਣ ਕੇ ਉਹਦਾ ਭਜਨ ਕਰੀਏ, ਉਹਦਾ ਨਾਮ ਜਪੀਏ। ਆਨ ਕੀ ਦੇਗ ਨਹੀਂ ਜਗ ਮੈਂ ਤਿਰ ਭੂਪਤ ਹੋਏ ਕੇ ਸ਼ਾਨ ਸ਼ਾਹੀ। ਮਹਾਰਾਜ ਜੀ ਕਹਿੰਦੇ ਰਾਏ ਜੀ ਇਹ ਸੰਸਾਰ 'ਚ ਕਿਸੇ ਹੋਰ ਦੀ ਕੋਈ ਦੇਗ ਨਹੀਂ ਚੱਲਦੀ। ਕੋਈ ਰਾਜਾ ਹੋਵੇ ਭੂਪਨ, ਕੋਈ ਵੱਡੇ ਤੋਂ ਵੱਡਾ ਰਾਜਾ ਭੂਪ ਹੋਵੇ, ਸ਼ਾਹਾਂ ਦਾ ਸ਼ਾਹ ਹੋਵੇ, ਜਿਹੜੀ ਦੇਗ ਅਕਾਲ ਪੁਰਖ ਦੀ ਚੱਲ ਰਹੀ ਹੈ ਨਾ, ਨਿਰੰਕਾਰ ਦੀ, ਉਸ ਅਕਾਲ ਪੁਰਖ ਦੀ ਦੇਗ ਦੇ ਸਮਾਨ ਦੁਨੀਆ 'ਚ ਕੋਈ ਦੇਗ ਨਹੀਂ ਚੱਲਦੀ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇ ਜਗ ਮੈਂ ਥਿਰ ਭੂਪਤ ਹੋਏ ਕਿ ਸ਼ਾਹਨ ਸ਼ਾਹੀ। ਕੋਈ ਰਾਜਾ ਹੋਵੇ ਭਾਵੇਂ ਸ਼ਾਹਾਂ ਦਾ ਸ਼ਾਹ ਹੋਵੇ, ਸੰਸਾਰ ਵਿੱਚ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦੀ ਦੇਗ ਅਟਲ ਹੈ। ਉਸੇ ਦੀ ਦੇਗ ਚੋਂ ਹੀ ਵੱਡੇ ਵੱਡੇ ਸ਼ਾਹ ਇਹ ਰਾਜੇ ਹੱਥ ਜੋੜ ਕੇ ਦਾਨ ਮੰਗਦੇ ਹਨ। ਦੋਹਰਾ ਸੁਨ ਸ਼੍ਰੋਨਨ ਮੈਂ ਸਮਝਿਆ ਹਿਰਦੇ ਅਸ ਬਿਦਰਾਏ। ਸਤਿਗੁਰੂ ਜੀ ਦੇ ਬਚਨ ਸੁਣ ਕੇ ਰਾਏ ਬੁਲਾਰ ਜੀ ਸਮਝ ਗਏ, ਆਪਣੇ ਹਿਰਦੇ 'ਚ ਸਮਝ ਗਏ। ਰਹੇ ਨਾ ਕੈਸੇ ਸਦਨ ਮੈਂ ਕਰੇ ਜੇ ਅਨ ਕੇ ਉਪਾਏ। ਰਾਏ ਬੁਲਾਰ ਜੀ ਸਮਝ ਗਏ ਵੀ ਹੁਣ ਜਿੰਨੇ ਮਰਜ਼ੀ ਕੋਈ ਉਪਾਅ ਕਰ ਲਈਏ ਇਹ ਹੁਣ ਘਰ ਵਿੱਚ ਨਹੀਂ ਰਹਿਣਗੇ। ਇਹਨਾਂ ਠਾਣ ਲਈ ਹੈ ਜਾਣ ਦੀ ਤਾਂ ਇਹ ਜਾਣਗੇ, ਇਹਨਾਂ ਨੂੰ ਨਹੀਂ ਰੋਕਿਆ ਜਾ ਸਕੇਗਾ, ਨਹੀਂ ਰੋਕ ਸਕੇਗਾ ਕੋਈ। ਕੋਈ ਉਪਾਅ ਕਰ ਲਵੋ, ਕੋਈ ਤਰੀਕਾ ਅਪਣਾ ਲਓ, ਇਹ ਨਹੀਂ ਰੁਕਣਗੇ, ਕਿਉਂਕਿ ਇਹ ਆਏ ਹੀ ਮੇਰੇ ਵਰਗੇ ਜੀਵਾਂ ਦਾ ਉਧਾਰ ਕਰਨੇ ਵਾਸਤੇ ਨੇ। ਮੈਂ ਵੇਖਦਾ ਕਿ ਸ਼ਾਇਦ ਮੈਂ ਇੱਥੇ ਇਕੱਲਾ ਹਾਂ, ਪਤਾ ਨਹੀਂ ਮੇਰੇ ਵਰਗੇ ਹੋਰ ਕਿਤਨੇ ਕਿੱਥੇ ਕਿੱਥੇ ਬੈਠੇ ਇਹਨਾਂ ਨੂੰ ਆਰਾਧ ਰਹੇ ਨੇ। ਇਹਨਾਂ ਨੇ ਉਹਨਾਂ ਤੇ ਵੀ ਤਰਸ ਕਰਨਾ, ਦਇਆ ਕਰਨੀ ਹੈ। ਇਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ, ਇਹ ਨਹੀਂ ਰਹਿਣਗੇ ਘਰ ਵਿੱਚ। ਰਾਏ ਬੁਲਾਰ ਨੇ ਜਾਣ ਲਿਆ। ਕਬਿਤ ਔਰ ਇਉਂ ਵਿਚਾਰ ਰਾਏ ਕਾਲੂ ਸੋ ਅਲਾਏ ਗਿਰਾ ਰੂਪ ਸੁਖ ਦਾਏ ਨੇ ਕਾਕੇ ਕਰਮਾਏ। ਕਹਿੰਦੇ ਇਸ ਤਰ੍ਹਾਂ ਵਿਚਾਰ ਕਰਕੇ ਨਾ ਰਾਏ ਬੁਲਾਰ ਨੇ ਜਦੋਂ ਵਿਚਾਰ ਕੀਤੀ ਮਨ 'ਚ, ਔਰ ਇਉਂ ਵਿਚਾਰ ਰਾਏ ਕਾਲੂ ਸੋ ਅਲਾਏ ਗਿਰਾ ਰੂਪ ਸੁਖ ਦਾਏ ਨਹਿ ਕਾਕੋ ਕਰ ਮਾਹੇ ਹੈ। ਰਾਏ ਬੁਲਾਰ ਵਿਚਾਰ ਕਰਕੇ ਕਹਿੰਦਾ ਮਹਿਤਾ ਕਾਲੂ ਜੀ ਇਹ ਕਿਸੇ ਦੇ ਹੱਥ ਵਿੱਚ ਨਹੀਂ ਹਨ, ਸਾਰੀ ਦੁਨੀਆ ਇਹਨਾਂ ਦੇ ਹੱਥ ਵਿੱਚ ਹੈ, ਪਰ ਇਹ ਕਿਸੇ ਦੇ ਹੱਥ ਵਿੱਚ ਨਹੀਂ ਹਨ। ਮਨ ਨਾ ਡੁਲਾਏ ਅਬ ਬੈਠ ਕਰ ਜਾਏ ਨਿਜ। ਮਹਿਤਾ ਜੀ ਮਨ ਨਾ ਡੁਲਾਓ, ਤੁਸੀਂ ਜਾਓ ਹੁਣ ਘਰ ਵਿੱਚ ਜਾ ਕੇ ਬੈਠੋ। ਚਿੰਤ ਕੋ ਬਿਲਾਏ ਸੁਤ ਤੇਰੋ ਦੁਖ ਦਾਏ। ਤੁਹਾਡੀ ਚਿੰਤਾ ਨੂੰ ਇਹ ਦੂਰ ਕਰਨਗੇ ਤੇ ਇਹ ਤੁਹਾਡੇ ਪੁੱਤਰ ਦੁੱਖਾਂ ਦਾ ਨਾਸ਼ ਕਰਨ ਵਾਲੇ ਨੇ ਸੰਸਾਰ ਵਿੱਚ। ਤਰਿਓ ਹੈ ਖੁਦਾਏ ਤਨ ਇਨ ਕੀ ਰਜਾਏ ਸਕੈ। ਕਹਿੰਦੇ ਇਹ ਅਕਾਲ ਪੁਰਖ ਨੇ ਸਰੀਰ ਧਾਰਨ ਕੀਤਾ, ਅਕਾਲ ਪੁਰਖ ਜੀ ਇਹ ਗੁਰੂ ਨਾਨਕ ਰੂਪ ਹੋ ਕੇ ਆਏ ਹਨ। ਸਕੈ ਕੌਣ ਉਲਟਾਏ ਜੈ ਇੱਛਾ ਤੇ ਜਾਏ। ਇਹਨਾਂ ਦਾ ਹੁਕਮ ਕੌਣ ਉਲਟਾ ਸਕਦਾ ਹੈ? ਆਪਣੀ ਇੱਛਾ ਦੇ ਮਾਲਕ ਨੇ, ਜਿੱਥੇ ਚਾਹਣ ਜਾਣਗੇ। ਦਾਨ ਦਾ ਆਨੰਦ ਸੁਖ ਕੰਦ ਜਗ ਬੰਦ ਯੋਗ। ਇਹ ਦਾਨ ਦਾ ਦਾਨ ਦੇਣ ਵਾਲੇ ਆਨੰਦ ਦਾ ਦਾਨ ਦਿੰਦੇ ਆ, ਸੁੱਖਾਂ ਦੇ ਮੂਲ ਨੇ, ਜਗਤ ਦੇ ਬੰਦਨੇ ਯੋਗ ਨੇ। ਦੰਬਨ ਕੋ ਮੰਦ ਅਵਤਾਰ ਵਾਏ ਵਾਏ ਹੈ। ਇਹ ਪਖੰਡ ਦਾ ਨਾਸ ਕਰਨ ਵਾਲੇ ਵਾਹੇ ਵਾਹੇ ਦਾ ਅਵਤਾਰ ਨੇ। ਵਾਹੇ ਵਾਹੇ ਦਾ ਮਤਲਬ ਵਾਹਿਗੁਰੂ ਜੀ ਦਾ ਅਵਤਾਰ ਨੇ, ਪਰਮੇਸ਼ਰ ਦਾ ਅਵਤਾਰ ਹਨ। ਕਾਲੂ ਸੁਨ ਬਾਤ ਮਨ ਮਾਏ ਪਛਤਾਤੇ ਅਤ। ਰਾਏ ਬੁਲਾਰ ਜੀ ਦੇ ਬਚਨ ਸੁਣ ਕੇ ਪਿਤਾ ਜੀ ਮਨ 'ਚ ਪਛਤਾਉਂਦੇ। ਜਾਨ ਨਿਜ ਤਾਤ ਨੇ ਭੇਵ ਕੋ ਪਛਾਨਈ। ਉਹ ਆਪਣੇ ਗੁਰੂ ਪਾਤਸ਼ਾਹ ਨੂੰ ਪੁੱਤਰ ਹੀ ਸਮਝਦੇ, ਭੇਦ ਨਹੀਂ ਪਛਾਣਦੇ। ਗਵਨਿਓ ਆਵਾਸ ਬੋਲੇਤ ਸੀਸ ਸਵਾਸ ਤਬ। ਠੰਡੇ ਹੋ ਕੇ ਭਰਦੇ ਘਰ ਨੂੰ ਚਲੇ ਗਏ ਪਿਤਾ ਜੀ। ਹੋਤ ਸੁਖ ਜੋ ਤਾਂ ਕੋ ਦੁੱਖ ਪਰਮਾਨਈ। ਕਹਿੰਦੇ ਜਿਹੜਾ ਸੁੱਖ ਹੈ ਉਹਨੂੰ ਦੁੱਖ ਮੰਨੀ ਬੈਠੇ ਨੇ, ਜਿਹੜਾ ਸੁੱਖ ਹੈ
ਉਹਨੂੰ ਦੁੱਖ ਮੰਨੀ ਬੈਠੇ ਪਿਤਾ ਜੀ। ਸੋਦਾ ਸਿੰਧ ਤਿਆਗ ਅਨੁਰਾਗ ਮ੍ਰਿਗ ਤ੍ਰਿਖਾ ਨੀਰ। ਕਹਿੰਦੇ ਅੰਮ੍ਰਿਤ ਦਾ ਸਮੁੰਦਰ ਛੱਡ ਕੇ ਮਿਰਗ ਤ੍ਰਿਸ਼ਨਾ ਦੇ ਪਾਣੀ ਪਿੱਛੇ ਪਿਤਾ ਜੀ ਦੌੜੇ ਫਿਰਦੇ ਨੇ। ਸ਼ਰਧਾ ਤਾਰ ਲੇਤ ਨਾ ਗਿਆਨ ਗਤ ਦਾਨਈ। ਸ਼ਰਧਾ ਧਾਰਨ ਕਰਕੇ ਗੁਰੂ ਸਾਹਿਬ ਕੋਲੋਂ ਗਿਆਨ ਨਹੀਂ ਲੈਂਦੇ। ਲਾਲੂ ਜਾਤ ਸਾਥ ਸਮਝਾਏ ਬੇਕਥਤ ਗਾਤ। ਚਾਚਾ ਲਾਲੂ ਜੀ ਨਾਲ ਨਾਲ ਜਾਂਦੇ ਪਿਤਾ ਜੀ ਨੂੰ ਸਮਝਾਉਂਦੇ ਜਾ ਰਹੇ ਨੇ। ਤਾਰੋ ਸਰੀਰ ਤੀਰ ਕਿਉਂ ਤੂੰ ਪੀਰ ਮਾਨਹੀ। ਆਖਿਆ ਵੀਰ ਜੀ ਕਿਉਂ ਹਿਰਦੇ 'ਚ ਦੁਖੀ ਹੁੰਦੇ ਹੋ, ਹੌਸਲਾ ਕਰੋ, ਧੀਰਜ ਕਰੋ। ਮਾਤ ਕਾਰ ਜਾਤ ਬਿਲ ਖਾਤ ਬੇਰਹਾ ਤੁਰ। ਉਧਰ ਮਾਤਾ ਜੀ ਦੀ ਬੇਬਲਤਾਈ ਵਰਣਨ ਨਹੀਂ ਹੁੰਦੀ। ਮਾਤਾ ਜੀ ਦੇ ਨੇਤਰ ਸਜਲ ਨੇ, ਬਿਰਹਾ ਤੁਰ ਹੋਏ ਜਾ ਰਹੇ ਨੇ। ਤੋ ਇੱਕ ਤਾਤ ਸੋ ਵਿਦੇਸ਼ ਜਾਨ ਠਾਨਈ। ਮਾਤਾ ਜੀ ਬਿਰਹਾ ਹੁੰਦੇ ਜਾਂਦੇ ਸੋਚਦੇ ਇੱਕੋ ਇੱਕ ਪੁੱਤਰ ਉਹ ਵੀ ਵਿਦੇਸ਼ ਚੱਲਿਆ। ਰਾਏ ਸਮਝਾਇਓ ਨੇ ਵਾਕ ਮਨ ਪਾਇਓ ਕੋ। ਰਾਏ ਬੁਲਾਰ ਨੇ ਸਮਝਾਇਆ ਪਰ ਉਹਨਾਂ ਨੇ ਬਚਨ ਨਹੀਂ ਮੰਨਿਆ। ਉਦਾਸੀਨ ਪਇਓ ਨਾ ਆਵਾਸ ਹਿਤ ਜਾਣਈ। ਉਦਾਸੀਨ ਹੋ ਗਏ ਨੇ, ਘਰ ਨਹੀਂ ਜਾਣਾ ਚਾਹੁੰਦੇ ਨਾਨਕ ਜੀ। ਬੇਦੀ ਕੁਲ ਕੇਤ ਰਹੇ ਨਾਇਕੇ ਨਿਕੇਤ ਨਿਸ। ਤਾਂ ਮਾਤਾ ਜੀ ਵੀ ਚਲੇ ਗਏ, ਇੱਧਰ ਸਤਿਗੁਰੂ ਜੀ ਰਾਏ ਬੁਲਾਰ ਦੇ ਘਰ ਹੀ ਰਹੇ। ਔਰ ਜਬ ਪਈ ਜਾਏ ਬੈਸੇ ਉਦਿਆਨਈ। ਜਦੋਂ ਦਿਨ ਚੜਿਆ ਤੇ ਸਤਿਗੁਰੂ ਬਾਹਰ ਬਨ ਵਿੱਚ ਜਾ ਬੈਠਦੇ। ਬਾਸੁਰ ਗੁਜ਼ਾਰ ਕਰ ਆਪਣੇ ਅਗਾਰ ਆਏ। ਸਾਰਾ ਦਿਨ ਮਹਾਰਾਜ ਜੀ ਬਾਹਰ ਜੰਗਲ 'ਚ ਰਹੇ। ਸ਼ਾਮ ਜੀ ਦਾ ਸਮਾਂ ਹੋਇਆ, ਆ ਜਿਹੜਾ ਵੇਲਾ ਹੁਣ, ਇਸ ਵੇਲੇ ਸਤਿਗੁਰੂ ਜੀ ਮਾਤਾ ਜੀ ਦੀ ਵੀ ਬਿਰਹਾ ਤੁਰੀ ਅਵਸਥਾ ਵੇਖੀ, ਪਿਤਾ ਜੀ ਦਾ ਵੀ ਫਿਕਰ ਵੇਖਿਆ। ਦਇਆਨਿਧ ਸਤਿਗੁਰੂ ਆਪਣੇ ਆਪ ਹੀ ਘਰ ਪਰਤੇ ਆਉਂਦੇ। ਮਾਤਾ ਜੀ ਨੂੰ ਹੌਸਲਾ ਦੇਣਾ, ਧੀਰਜ ਦੇਣਾ। ਗਰੀਬ ਨਵਾਜ ਸਾਹਿਬ ਜੀ ਚੱਲ ਕੇ ਆਏ ਘਰ। ਮੁਖ ਕੇ ਉਦਾਰ ਕਰ ਤਾਰ ਗੁਣ ਖਾਨਈ। ਮੁਕਤੀ ਦੇ ਦਾਤੇ ਤੇ ਕਰਤਾਰ ਤੇ ਗੁਣਾਂ ਦੀ ਖਾਨ ਸਤਿਗੁਰੂ ਜੀ ਘਰ ਆਏ। ਦਰਵਾਜ਼ਾ ਖੁੱਲਿਆ, ਮਾਂ ਤ੍ਰਿਪਤਾ ਬੜੀ ਬਿਰਹਾ ਵਿੱਚ ਬੈਠੀ, ਨੇਤਰ ਸਜਲ ਨੇ, ਸਿਰ ਨੀਵਾਂ ਕੀਤਾ ਹੋਇਆ, ਪੀੜੀ ਤੇ ਬੈਠੇ। ਸੋਚੀ ਜਾਂਦੇ ਆ ਨਾਨਕ ਕਿਵੇਂ ਆਵੇਗਾ ਘਰ, ਕਿਵੇਂ ਆ ਸਕਦਾ, ਮੈਂ ਕੀ ਕਰਾਂ, ਸੋਚੀ ਜਾਂਦੇ। ਇੰਨੇ ਨੂੰ ਦਰਵਾਜ਼ਾ ਖੜਕਿਆ। ਸਾਹਿਬ ਸੱਚੇ ਪਾਤਸ਼ਾਹ ਬਾਹਰ ਅੰਦਰ ਆਏ ਤੇ ਮਾਤਾ ਨੇ ਚਰਨਾਂ ਦੀ ਥਾਪ ਤੋਂ ਪੁੱਤ ਨੂੰ ਪਛਾਣਿਆ। ਵੇਖਦਿਆਂ ਜਿਵੇਂ ਜਾਨ ਪੈ ਜਾਂਦੀ ਹੈ ਸਰੀਰ 'ਚ। ਸਾਹਿਬ ਦੇ ਦਰਸ਼ਨ ਕੀਤੇ ਐ, ਚਾਅ ਚੜ ਗਿਆ ਮਾਂ ਤ੍ਰਿਪਤਾ ਨੂੰ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੀ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਤ ਹੈ ਅਪਰੰਪਰ ਹਰ ਹਰੇ ਹੈ ਪੀਓ ਵਣਿਆਰ ਹੈ ਸੰਤ
ਤਹ ਕੈ ਸਦਾ ਸੰਗ ਧਾਰਾ ਆਧਾਰ ਏ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਕੋਈ ਐ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।